एंड वेलकम बच्चों। ਅੱਜ ਆਪਣਾ ਲੈਕਚਰ ਨੰਬਰ 2 ਕਰੰਟ ਇਲੈਕਟ੍ਰਿਸਿਟੀ ਦਾ ਹਨ ਤੇ ਆਈ ਹੋਪ ਕਿ ਤੁਸੀਂ ਪਿਛਲਾ ਲੈਕਚਰ ਦੇਖ ਲਿਆ ਤੇ ਕਨਸੈਪਟ ਨੂੰ ਵਧੀਆ ਤਰੀਕੇ ਨਾਲ ਗ੍ਰੈਬ ਕਰ ਲਿਆ। ਆਫ ਕੋਰਸ ਮਕਾਨ ਉਦੋਂ ਹੀ ਵਧੀਆ ਬਣਦਾ ਜਦੋਂ ਨੀਹਾਂ ਜਿਹੜੀਆਂ ਨੇ ਜਿਹੜਾ ਉਹਦੀ ਫਾਊਂਡੇਸ਼ਨ ਸਟਰੋਂਗ ਹੁੰਦੀ ਹੈ। ਜੇ ਫਾਊਂਡੇਸ਼ਨ ਬਹੁਤ ਘੱਟ ਹੋਵੇ, ਮੰਨ ਲਓ ਕਿ ਕਿਸੇ ਜਗ੍ਹਾ ਤੇ ਮਕਾਨ ਦੀ ਫਾਊਂਡੇਸ਼ਨ ਜਿਹੜੀ ਨੀਹਾਂ ਹੁੰਦੀ ਉਹ ਘੱਟ ਹੋਣ ਤੇ ਕੀ ਉਹਦੇ ਤੇ ਵਧੀਆ ਮਕਾਨ ਬਣਾਇਆ ਜਾ ਸਕਦਾ। ਸਿਮਿਲਰਲੀ ਕਨਸੈਪਟ ਇੰਪੋਰਟੈਂਟ ਹੁੰਦਾ। ਠੀਕ ਹੈ, ਸੋ ਸ਼ੁਰੂ ਕਰਾਂਗੇ। ਅੱਜ ਦਾ ਲੈਕਚਰ ਜਿਹੜਾ ਹੈ ਉਹ ਕੱਲ ਆਪਾਂ ਇੱਕ ਟੌਪਿਕ ਮੈਂਸ਼ਨ ਕੀਤਾ ਸੀਗਾ ਜਿਹਦੇ 'ਚ ਮੈਂ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਰੰਟ ਦੀਆਂ ਟਾਈਪਸ ਦੀ। ਕਰੰਟ ਦੀਆਂ ਦੋ ਟਾਈਪਸ ਆਪਾਂ ਪੜ੍ਹੀਆਂ ਸੀ, ਸਟੈਡੀ ਤੇ ਨੋਨ ਸਟੈਡੀ। ਉਹਦੇ ਇੱਕ ਤਾਂ ਆਪਾਂ ਨੂਮੈਰੀਕਲਸ ਕਰਨੇ ਅੱਜ। ਠੀਕ ਹੈ, ਵੈਰੀ ਇੰਪੋਰਟੈਂਟ ਨੂਮੈਰੀਕਲਸ, ਕੰਪੀਟੀਸ਼ਨ ਪੁਆਇੰਟ ਆਫ ਵਿਊ ਨਾਲ ਵੀ, ਵੈਸੇ ਵੀ ਬੋਰਡ ਦੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਵੀ। ਨੰਬਰ 2 ਤੇ ਆਪਾਂ ਡ੍ਰਿਫਟ ਵੈਲੋਸਿਟੀ ਦੀ ਐਕਸਪ੍ਰੈਸ਼ਨ ਕਰਨੀ ਹੈ, ਵੈਰੀ ਇੰਪੋਰਟੈਂਟ ਫਰੋਮ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ। ਐਂਡ ਜੇ ਟਾਈਮ ਬਚਿਆ ਤੇ ਫਿਰ ਆਪਾਂ ਅੱਗੇ ਚੱਲਾਂਗੇ। ਵੈਸੇ ਮੇਰਾ ਟਾਰਗੇਟ ਇੰਨੇ ਕੁ ਦਾ ਹੀ ਹੈ, ਇੰਨੀ ਕੁ ਤੁਸੀਂ ਪ੍ਰੈਕਟਿਸ ਕਰ ਲੈਣਾ। ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਕਾਪੀ ਪੈਨ ਤੋਂ ਬਿਨਾਂ ਆਪਾਂ ਬਿਲਕੁਲ ਨਹੀਂ ਬਹਿਣਾ। ਠੀਕ ਹੈ, ਸੋ ਸ਼ੁਰੂ ਕਰਾਂਗੇ। ਸਭ ਤੋਂ ਪਹਿਲੇ ਨੰਬਰ ਤੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਦੋਂ ਸਟੈਡੀ ਕਰੰਟ ਹੋਵੇ, ਸਟੈਡੀ ਕਰੰਟ ਦੇ ਵਿੱਚ I ਦਾ ਫਾਰਮੂਲਾ ਹੁੰਦਾ ਸਿੰਪਲੀ Q/T। ਐਂਡ ਸਟੈਡੀ ਕਰੰਟ ਮਤਲਬ ਹੁੰਦਾ ਜਦੋਂ ਕਰੰਟ ਕਾਂਸਟੈਂਟ ਚੱਲਦਾ ਹੋਵੇ, ਯਾਨੀ ਕਿ ਇਹਦੀ ਤੇ ਇਹਦੀ ਰੇਸ਼ੋ ਹਮੇਸ਼ਾ ਫਿਕਸ ਰਹੇ। ਜੇ ਇਹ ਵੱਧ ਜਾਵੇ ਤਾਂ ਇਹ ਵੀ ਵੱਧ ਜਾਵੇ, ਬਟ ਰੇਸ਼ੋ ਕੀ ਰਹੇ, ਫਿਕਸ ਰਹੇ। ਇਦਾਂ ਦੇ ਕਰੰਟ ਨੂੰ ਅਸੀਂ ਕਿਹੜਾ ਕਰੰਟ ਕਹਿੰਦੇ ਆ, ਸਟੈਡੀ ਕਰੰਟ ਕਹਿੰਦੇ। ਇਜ਼ ਦੈਟ ਓਕੇ। ਅਗਲੀ ਗੱਲ, ਇਹ ਪਹਿਲੀ ਗੱਲ ਆ ਗਈ ਬੇਟੇ। ਇਸ ਤੋਂ ਇਲਾਵਾ ਆਪਾਂ ਨੂੰ ਕੀ ਪਤਾ ਹੋਣਾ ਚਾਹੀਦਾ ਕਿ ਜਿਹੜਾ Q ਹੈ, ਅਸੀਂ ਪਹਿਲੇ ਯੂਨਿਟ 'ਚ ਪੜ੍ਹਿਆ ਹੋਇਆ ਕਿ Q ਬਰਾਬਰ ਕਿੰਨੇ ਹੁੰਦਾ ਹੈ, NE ਦੇ। ਸੋ ਕੁਆਂਟਾਈਜੇਸ਼ਨ ਆਫ ਚਾਰਜ ਦਾ ਫਾਰਮੂਲਾ ਵੇਅਰ N ਕੀ ਚੀਜ਼ ਹੈ, ਕਿੰਨੇ ਇਲੈਕਟ੍ਰੋਨਸ ਜਾ ਰਹੇ ਨੇ, ਤੇ E ਕੀ ਹੈ, ਇਲੈਕਟ੍ਰੋਨ ਤੇ ਚਾਰਜ ਕਿੰਨਾ ਹੁੰਦਾ ਪਤਾ ਤੁਹਾਨੂੰ। ਇਲੈਕਟ੍ਰੋਨ ਤੇ ਚਾਰਜ ਕਿੰਨਾ ਹੁੰਦਾ, ਉਹ ਹੁੰਦਾ 1.6 × 10⁻⁻19 ਕੂਲਮ। ਠੀਕ ਹੈ, ਐਂਡ ਨੀਚੇ ਆ ਗਿਆ ਟਾਈਮ, ਇੱਕ ਹੋ ਗਿਆ। ਇਸ ਤੋਂ ਇਲਾਵਾ ਸਟੈਡੀ ਕਰੰਟ ਦੇ ਵਿੱਚ ਹੀ ਆਪਾਂ ਇੱਕ ਫਾਰਮੂਲਾ ਹੋਰ ਕੱਢ ਸਕਦੇ ਹਾਂ। ਰਾਦਰ ਸਟੈਡੀ ਕਰੰਟ ਦੀ ਗੱਲ ਛੱਡੋ, ਇੱਕ ਹੈ ਫ੍ਰੀਕੁਐਂਸੀ ਦਾ ਫਾਰਮੂਲਾ। ਫ੍ਰੀਕੁਐਂਸੀ ਜੇ ਵੈਸੇ ਤੇ +1 ਚ ਹੁੰਦਾ ਬੇਟੇ, ਬਟ ਮੈਂ ਦੱਸ ਰਿਹਾ ਅੱਗੇ ਤੋਂ ਯਾਦ ਰੱਖਣਾ ਕਿਉਂਕਿ ਆਪਾਂ ਪਹਿਲੇ 3 ਯੂਨਿਟਸ ਨੂੰ ਕਾਫੀ ਵਾਰੀ ਵਰਤ ਲੈਣਾ। ਠੀਕ ਹੈ, ਤਾਂ ਤੁਹਾਨੂੰ ਆਉਣੀ ਚਾਹੀਦੀ ਹੈ। ਫ੍ਰੀਕੁਐਂਸੀ ਕੀ ਹੈ, ਜਿਵੇਂ ਮੰਨ ਲਓ ਕਿ ਪੱਖੇ ਦੀ ਫ੍ਰੀਕੁਐਂਸੀ ਕੱਢਣੀ ਆਪਾਂ। ਪੱਖੇ ਦੀ ਫ੍ਰੀਕੁਐਂਸੀ ਦਾ ਮਤਲਬ ਇਹ ਹੁੰਦਾ ਫੈਨ ਦੀ ਵੀ ਪਰ ਸੈਕਿੰਡ ਉਹ ਕਿੰਨੇ ਗੇੜੇ ਕੱਢ ਰਿਹਾ ਹੈ। ਤਾਂ ਉੱਪਰ ਹੁੰਦੀ ਹੈ ਨੰਬਰ ਆਫ ਜਿਵੇਂ ਰੈਵੋਲੂਸ਼ਨਸ ਤੇ ਨੀਚੇ ਹੁੰਦਾ ਟਾਈਮ। ਜੇਕਰ ਇੱਕ ਹੀ ਰੈਵੋਲੂਸ਼ਨ ਹੋਈ ਹੋਵੇ, ਇੱਕ ਰੈਵੋਲੂਸ਼ਨ ਨੂੰ ਅਸੀਂ ਜਿਹੜਾ ਟਾਈਮ ਲੱਗਦਾ ਉਹਨੂੰ ਅਸੀਂ ਕੈਪੀਟਲ T ਨਾਲ ਡਿਨੋਟ ਕਰਦੇ ਹੁੰਦੇ ਹਾਂ। ਸੋ ਜੇ ਰੈਵੋਲੂਸ਼ਨ ਇੱਕ ਹੋਈ ਹੋਵੇ ਤਾਂ ਫਿਰ ਟਾਈਮ ਦਾ ਨਾਮ ਕੈਪੀਟਲ T ਹੁੰਦਾ। ਇਹ ਫ੍ਰੀਕੁਐਂਸੀ ਦਾ ਫਾਰਮੂਲਾ ਬੇਟੇ। ਠੀਕ ਹੈ, ਇਹ ਹੋ ਗਿਆ ਕਿਹੜੇ ਫਲੋ ਵਾਸਤੇ, ਸਟੈਡੀ ਕਰੰਟ ਜਦੋਂ ਚੱਲਦਾ ਹੋਵੇ। ਹੁਣ ਅਗਲੀ ਗੱਲ ਹੈ ਜਦੋਂ ਨੋਨ ਸਟੈਡੀ ਫਲੋ ਹੋਵੇ, ਰਾਈਟ। ਨੋਨ ਸਟੈਡੀ ਫਲੋ ਦੇ ਵਿੱਚ ਦੋ ਗੱਲਾਂ ਆਉਂਦੀਆਂ ਨੇ। ਤੁਹਾਨੂੰ ਯਾਦ ਹੈ ਕੱਲ ਵਾਲੀ ਐਗਜ਼ਾਮਪਲ ਕਿਹੜੀ ਪੜ੍ਹੀ ਸੀ ਆਪਾਂ ਨੋਨ ਸਟੈਡੀ ਲਈ। ਮੈਂ ਐਗਜ਼ਾਮਪਲ ਲਈ ਸੀ ਉਹ ਸਟਰੀਟ ਜਿਹੜੀ ਲਾਈਟਸ ਦੀ, ਸਿਗਨਲ ਲਾਈਟਸ ਦੀ। ਐਂਡ ਆਈ ਟੋਲਡ ਯੂ ਕਿ ਵੀ ਜਦੋਂ ਉੱਥੇ ਦੀ ਗੱਲ ਕਰਾਂ, ਉੱਥੇ ਲਗਾਤਾਰ ਫਲੋ ਇੱਕੋ ਜਿਹਾ ਨਹੀਂ ਰਹਿੰਦਾ, ਘਟਦਾ ਵੱਧਦਾ ਰਹਿੰਦਾ ਰੇਟ ਆਫ ਫਲੋ, ਹੈ ਨਾ। ਤਾਂ ਕਿਸੇ ਖਾਸ ਇੰਸਟੈਂਟ ਤੇ ਜਦੋਂ ਗ੍ਰੀਨ ਲਾਈਟ ਹੋ ਜਾਂਦੀ ਤਾਂ ਇੱਕ ਵਾਰੀ ਵੱਧ ਜਾਂਦਾ ਹੈ, ਜਦੋਂ ਰੈੱਡ ਲਾਈਟ ਹੋ ਜਾਂਦੀ ਉਦੋਂ ਘਟ ਜਾਂਦਾ, ਐਂਡ ਸੋ ਔਨ। ਇਹਦਾ ਮਤਲਬ ਇਹਦੇ 'ਚ ਕੀ ਹੁੰਦਾ ਹੈ ਕਿ ਆਪਾਂ ਨੂੰ ਇੰਸਟੈਂਟੇਨੀਅਸ ਵੈਲਿਊਜ਼ ਮਿਲਦੀਆਂ ਨੇ, ਕਿਉਂਕਿ ਵੱਧਦਾ ਘਟਦਾ ਰਹਿੰਦਾ ਯਾਰ, ਸਮਝਦੇ ਹੋ। ਤੇ ਜੇ ਇੰਸਟੈਂਟੇਨੀਅਸ ਵੈਲਿਊ ਮਿਲਦੀ ਤਾਂ ਉਹਨੂੰ ਆਪਾਂ ਕਿਵੇਂ ਕਰਦੇ ਹਾਂ, dQ/dt। ਇਹਨੂੰ ਕੀ ਬੋਲੀਦਾ, ਰੇਟ ਆਫ ਚੇਂਜ ਆਫ Q ਵਿਦ ਟਾਈਮ। D ਦਾ ਮਤਲਬ ਕਿਹਦਾ, ਵੈਰੀ ਸਮਾਲ ਇੰਟਰਵਲ ਆਫ ਟਾਈਮ 'ਚ ਇੰਨਾ ਕੁ ਚਾਰਜ ਜਿਹੜਾ ਨਿਕਲਿਆ, ਯਾਨੀ ਕਿ ਹਾਂ ਹੁਣ ਕਿੰਨਾ ਹੈ ਉਹ ਕੱਢਣ ਵਾਸਤੇ। ਪਰ ਇਵੇਂ ਦੇ ਕੇਸਿਸ ਵਿੱਚ ਕਿਉਂਕਿ ਉਹ ਨੋਨ ਸਟੈਡੀ ਫਲੋ ਹੈ ਤਾਂ ਇਹਦੇ ਵਿੱਚ ਆਪਾਂ ਇੱਕ ਹੋਰ ਵੀ ਕੰਮ ਕੱਢ ਲੈਂਦੇ ਹਾਂ। ਆਪਾਂ ਬਹਿ ਜਾਂਦੇ ਉਸੇ ਚੌਂਕ ਦੇ ਵਿੱਚ ਜਾ ਕੇ, ਆਪਾਂ ਕਹਿੰਦੇ ਬਈ ਵੀ ਅਸੀਂ ਇੱਕ ਹੁਣ ਕਲੌਕ ਔਨ ਕਰ ਲਿਆ, 10 ਮਿੰਟ ਤੱਕ ਔਨ ਕਰਾਂਗੇ, ਟੋਟਲ ਕਿੰਨੀਆਂ ਲੰਘੀਆਂ, ਕੋਈ ਤੇਜ਼ ਲੰਘਣ ਸਲੋ ਲੰਘਣ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈਗਾ। ਜਦੋਂ ਐਵੇਂ ਦੀ ਗੱਲ ਹੋਵੇ ਤਾਂ ਅਸੀਂ ਉਹਨੂੰ ਬੋਲਦੇ ਕਿ ਉਹ ਐਵਰੇਜ ਵੈਲਿਊ ਆ ਜਾਂਦੀ। ਤਾਂ ਐਵਰੇਜ ਵੈਲਿਊ ਕਿੰਨੀ ਹੁੰਦੀ ਹੈ, ਟੋਟਲ ਚਾਰਜ ਡਿਵਾਈਡਡ ਬਾਈ ਟੋਟਲ ਟਾਈਮ। ਸੋ ਤੁਸੀਂ ਇਹਦੀ ਸਕਰੀਨਸ਼ਾਟ ਲੈ ਸਕਦੇ ਹੋ ਬੇਟੇ, ਇਹ ਤੁਹਾਡੀ ਰਿਵੀਜ਼ਨ ਦਾ ਕੰਮ ਹੋ ਗਿਆ। ਪਹਿਲਾ ਨੂਮੈਰੀਕਲ ਕੀ ਹੈ ਕਿ ਤੁਹਾਨੂੰ ਇਹ ਦਿੱਤਾ ਹੋਇਆ ਕਿ ਜਿਹੜੇ ਕੋਈ ਵੀ ਕੰਡਕਟਰ ਹੈ, ਉਸ ਕੰਡਕਟਰ ਦੇ ਵਿੱਚੋਂ ਕਿਸੇ ਵੀ ਗਿਵਨ ਕ੍ਰੋਸ ਸੈਕਸ਼ਨ ਚੋਂ ਇੰਨੇ ਇਲੈਕਟ੍ਰੋਨਸ ਲੰਘ ਗਏ, ਇੰਨੇ। ਠੀਕ ਹੈ, ਐਂਡ ਇਹ ਕਿੰਨੀ ਦੇਰ ਚ ਲੰਘ ਗਏ ਬੇਟਾ, 2 ਸੈਕਿੰਡ ਦੇ ਵਿੱਚ। ਦੱਸੋ ਕਿੰਨਾ ਕਰੰਟ ਚੱਲੇਗਾ। ਦੇਖੋ ਨੂਮੈਰੀਕਲ ਕਰਨ ਦਾ ਇੱਕ ਸੌਖਾ ਢੰਗ ਹੁੰਦਾ, ਇੰਗਲਿਸ਼ ਦੀ ਸਟੇਟਮੈਂਟ ਪੜ੍ਹੋ, ਪੜ੍ਹ ਕੇ ਉਹਨੂੰ ਲਿਖੋ ਵੀ ਸਾਨੂੰ ਗਿਵਨ ਕੀ ਹੈ। ਗਿਵਨ ਕੀ ਹੈ, ਕਿੰਨੇ ਇਲੈਕਟ੍ਰੋਨਸ ਲੰਘ ਰਹੇ ਨੇ, ਕਿੰਨੇ ਟਾਈਮ 'ਚ ਲੰਘ ਰਹੇ ਨੇ, ਤੇ ਆਪਾਂ ਕੱਢਣਾ ਕੀ ਹੈ, ਕਰੰਟ। ਠੀਕ ਹੈ, ਸੋ ਕਰੰਟ ਦਾ ਫਾਰਮੂਲਾ ਹੁੰਦਾ ਹੈ Q/T, ਕਿਉਂਕਿ ਇਹ ਸਟੈਡੀ ਫਲੋ ਦਾ ਕੁਐਸਚਨ ਹੈ। ਐਂਡ Q ਕਿੰਨੇ ਬਰਾਬਰ ਹੈ ਬੇਟਾ, ਉਹ NE/T। N ਕਿੰਨੇ ਬਰਾਬਰ ਹੈ, 12.5 ਹੋ ਗਿਆ × 10⁻20। E ਦੀ ਵੈਲਿਊ ਕਿੰਨੀ ਹੁੰਦੀ ਹੈ, ਹੁਣ ਬਾਰ-ਬਾਰ ਬੋਲ ਕੇ ਪ੍ਰੈਕਟਿਸ ਕਰੀ ਚੱਲਿਆ ਕਰੋ, ਆਪ ਬੋਲਿਆ ਕਰੋ। ਦੇਖੋ ਮੇਰੇ ਲਿਖਣ ਦੀ ਇੰਤਜ਼ਾਰ ਨਾ ਕਰਿਆ ਕਰੋ ਵੀ E ਇੰਨਾ ਹੁੰਦਾ, ਨੀਚੇ T ਕਿੰਨਾ 2 ਲਿਖ ਦੋ ਬੇਟੇ।
ਠੀਕ ਹੈ। ਇਹ ਪਾਵਰਾਂ ਮੇਰਾ ਤਰੀਕਾ ਯਾਦ ਹੈ ਕੀ ਕਰੀਦਾ ਹੁੰਦਾ ਸੀ, ਨੂਮੈਰਿਕ ਵੈਲਿਊਜ਼ ਨੂੰ ਅਲੱਗ ਕਰ ਦੋ, ਨੂਮੈਰਿਕ ਵੈਲਿਊਜ਼ ਅਲੱਗ ਹੋ ਗਈਆਂ ਸਾਰੀਆਂ, ਪਾਵਰਾਂ ਅਲੱਗ ਕਰ ਦੋ ਬੇਟੇ। ਆ ਪਾਵਰ ਕਿੰਨੀ ਹੋ ਜਾਏਗੀ, ਇਹ ਹੋ ਗਈ 10, ਠੀਕ ਹੈ। ਹੁਣ ਇਹ ਕੱਟ ਕੇ ਇਹ ਕਿੰਨਾ ਆ ਗਿਆ 0.8, ਸਮਝੇ? ਅਰੇ ਇਹ ਕੱਟ ਕੇ ਨਹੀਂ ਹੈ ਨਾ, ਆ ਪੁਆਇੰਟ ਜਿਹੜਾ ਸੀ ਇਹਦਾ ਨੀਚੇ ਜਿਹੜਾ 10 ਹੋਣਾ ਸੀ ਇਹ ਕੱਟਿਆ ਗਿਆ ਇੱਧਰ। ਇਹ ਨੰਬਰ 12.5 ਨੂੰ ਆਪਾਂ ਕਿਹਦੇ ਨਾਲ ਮਲਟੀਪਲਾਈ ਕਰਨਾ ਹੈ, 8 ਨਾਲ। 125 1000 ਇਹ ਬਣ ਗਿਆ ਬੇਟੇ 100.0, ਇਹਨੇ ਕੀ ਬੇਟੇ ਐਂਪੀਅਰ। ਸੋ ਇਹ ਕਰੰਟ ਆ ਗਿਆ। ਇਹ ਪਹਿਲਾ ਨੂਮੈਰੀਕਲ ਆਪਣਾ ਖਤਮ ਹੋਇਆ। ਦੂਜੇ ਤੇ ਆ ਜਾਓ, ਠੀਕ ਹੈ, ਜਲਦੀ ਜਲਦੀ ਕਰਵਾਈ ਚਲੋ। ਵੇਖੋ ਮੈਂ ਟਾਈਮ ਨਹੀਂ ਲਾਉਂਗਾ, ਬਸ ਤੁਹਾਨੂੰ ਸਮਝ ਆ ਗਿਆ ਨਾ, ਸੌਖਾ ਹੀ ਕੰਮ ਸੀਗਾ। ਸੈਕਿੰਡ ਇਹਨੇ ਤੋਂ ਉਲਟਾ ਬਣਾ ਲੈਂਦੇ ਬੇਟਾ। ਹੁਣ ਆਪਾਂ ਨੂੰ ਕੀ ਗਿਵਨ ਹੈ, ਦੇਖੋ ਤੁਹਾਡੇ ਕੋਲ ਕਰੰਟ ਗਿਵਨ ਹੈ ਕਿੰਨਾ 5 ਐਂਪੀਅਰ, ਟਾਈਮ ਕਿੰਨਾ ਗਿਵਨ ਹੈ 5 ਸੈਕਿੰਡ। ਕਿਸੇ ਵੀ ਕ੍ਰੋਸ ਸੈਕਸ਼ਨ ਚੋਂ ਆਪਾਂ ਦੱਸਣਾ ਹੈ ਕਿ 5 ਸੈਕਿੰਡ, ਇੱਥੇ ਨਾਕਾ ਲਾ ਲਿਆ ਤੁਸੀਂ, ਕਿੰਨੇ ਇਲੈਕਟ੍ਰੋਨ ਲੰਘ ਜਾਣਗੇ। ਉਹੀ ਸੇਮ ਤਰੀਕਾ ਬੇਟੇ। ਕਿਵੇਂ ਕਰੋਗੇ, ਸਾਨੂੰ ਪਤਾ ਹੈ ਕਿ I ਬਰਾਬਰ ਹੁੰਦਾ ਹੈ NE ਡਿਵਾਈਡਡ ਬਾਈ ਕੌਣ T। ਹੁਣ ਇੱਥੋਂ N ਕੱਢਣਾ ਆਪਾਂ, ਦੇਖੋ ਨਾ ਪਤਾ ਹੈ ਨਾ N ਕੱਢਣਾ। ਜਿਹੜੀ ਚੀਜ਼ ਕੱਢਣੀ ਹੋਵੇ ਉਹਨੂੰ ਕਿਵੇਂ ਰੱਖੋਗੇ, ਇੱਕ ਸਾਈਡ ਤੇ ਰੱਖ ਲਓ, E ਤੇ T ਨੂੰ ਉਧਰ ਲੈ ਜਾਓ ਬੇਟੇ। T ਉੱਪਰ ਚਲਾ ਜਾਏਗਾ, I into T ਹੋ ਜਾਏਗਾ, ਤੇ E ਜਿਹੜਾ ਉਹ ਨੀਚੇ ਚਲਾ ਜਾਏਗਾ। ਡਨ। I ਕਿੰਨਾ ਹੈ, ਉਹ ਹੈਗਾ 5, T ਕਿੰਨਾ ਹੈ, ਉਹ ਵੀ 5 ਹੈ। ਆਪੇ ਯਾਰ ਮੈਂ ਤਾਂ ਵੈਲਿਊਜ਼ ਹੀ ਭਰ ਰਿਹਾ। E ਇਲੈਕਟ੍ਰੋਨ ਤੇ ਚਾਰਜ ਹੁੰਦਾ, ਉਹ ਬੇਟੇ ਇੰਨਾ ਹੁੰਦਾ, ਆ ਗਿਆ, ਠੀਕ ਹੈ। ਇਹਨੂੰ ਸੋਲਵ ਕਰ ਲਓ ਬੇਟੇ। ਇਹ ਉੱਪਰ ਜਾ ਕੇ 10⁻19 ਹੋ ਜਾਏਗਾ, ਤੇ ਆ ਜਿਹੜਾ ਹੈ ਕੱਟ ਕੇ ਬੇਟੇ ਇਹ 25 ਬਣੇਗਾ। 25 ਨੂੰ 1.6 ਨਾਲ ਡਿਵਾਈਡ ਕਰੋਗੇ, ਮੈਂ ਕੱਢ ਕੇ ਰੱਖਿਆ ਹੋਇਆ ਹੈ, ਇਹ ਆ ਜਾਣਾ 15.625, ਠੀਕ ਹੈ। ਫਿਰ ਵੀ ਤੁਸੀਂ ਚੈੱਕ ਕਰ ਲੈਣਾ। ਇੰਨੇ ਇਲੈਕਟ੍ਰੋਨਸ ਜਿਹੜੇ ਨੇ ਉਹ ਇਹਦੇ ਚੋਂ ਲੰਘ ਜਾਣੇ 5 ਸੈਕਿੰਡ ਚ। ਉਸ ਹਿਸਾਬ ਨਾਲ ਲਾ ਲਓ, ਬਹੁਤ ਜ਼ਿਆਦਾ ਨੇ, ਇਹ ਕਾਫੀ ਜ਼ਿਆਦਾ ਨੇ। ਇਹਨਾਂ ਗੱਲਾਂ ਨੂੰ ਰਿਲੀਜ਼ ਕਰਿਆ ਕਰੋ। 2 ਹੋ ਗਏ। ਤੀਜੇ ਨੂਮੈਰੀਕਲ ਤੇ ਚੱਲਦੇ ਹਾਂ। ਤੀਜਾ ਨੂਮੈਰੀਕਲ ਕੀ ਹੈ, ਸਕਰੀਨ ਤੇ ਤੁਹਾਡੇ ਕੋਲ ਐਂਡ ਬਹੁਤ ਇੰਪੋਰਟੈਂਟ ਨੂਮੈਰੀਕਲ। ਇਹ ਦੁਬਾਰਾ ਫਿਰ ਆਏਗਾ। ਦੁਬਾਰਾ ਫਿਰ ਕਿਵੇਂ ਆਏਗਾ, ਇਹੀ ਕਿਸੇ ਟੌਪਿਕ ਦੇ ਵਿੱਚ ਆਏਗਾ, ਉਦੋਂ ਆਪਾਂ ਨੂੰ ਟੌਪਿਕ ਸਮਝਣ ਚ ਸੌਖਾ ਰਹੇਗਾ, ਸਮਝ ਗਏ? ਕਿਉਂਕਿ ਕਿਸੇ ਨਾ ਕਿਸੇ ਡੈਰੀਵੇਸ਼ਨ ਦੇ ਵਿੱਚ ਨੇ ਆਉਣਾ ਹੈ, ਤਾਂ ਸਮਝ ਲਓ ਕਿ ਉਦੋਂ ਲਈ ਤਿਆਰੀ ਇੱਕ ਤਰੀਕੇ ਦੀ। ਤੇ ਤੁਹਾਡੇ ਕੋਲ ਹੈ ਬੇਟੇ ਕੀ ਦਿੱਤਾ ਹੋਇਆ ਕਿ ਹਾਈਡਰੋਜਨ ਐਟਮ ਦਿੱਤੀ ਹੋਈ ਹੈ ਸਾਨੂੰ, ਹਨਾ। ਹੁਣ ਹਾਈਡਰੋਜਨ ਐਟਮ ਦਾ ਤੁਹਾਨੂੰ ਪਛਾਣ ਹੈਗੀ ਵੀ ਕੀ ਹੁੰਦਾ ਉਹਦੇ ਚ। ਹਾਈਡਰੋਜਨ ਐਟਮ ਜਿਹੜਾ ਨਾ ਬੇਟੇ, ਉਹਦਾ ਐਟੋਮਿਕ ਨੰਬਰ ਹੁੰਦਾ 1 ਤੇ ਉਹਦਾ ਮਾਸ ਨੰਬਰ ਵੀ 1 ਹੁੰਦਾ। ਹਾਈਡਰੋਜਨ ਐਟਮ ਦੇ ਕੇਸ ਵਿੱਚ ਇੱਕ ਪ੍ਰੋਟੋਨ ਹੁੰਦਾ ਹੈ ਤੇ ਉਹਦੇ ਆਲੇ ਦੁਆਲੇ ਇੱਕ ਇਲੈਕਟ੍ਰੋਨ ਘੁੰਮ ਰਿਹਾ ਹੁੰਦਾ ਹੈ, ਠੀਕ ਹੈ। ਹੁਣ ਆਪਾਂ ਨੂੰ ਕੀ ਦਿੱਤਾ ਹੈ ਕਿ ਇਲੈਕਟ੍ਰੋਨ ਕਿਹੜੀ ਸੈਂਸ 'ਚ ਘੁੰਮ ਰਿਹਾ ਹੈ, ਐਂਟੀ ਕਲੌਕਵਾਈਜ਼। ਇਹੀ ਕੀ ਬਣਨ, ਤਾਂ ਐਂਟੀ ਕਲੌਕ ਮਤਲਬ ਹੁੰਦਾ ਕਲੌਕ ਤੋਂ ਉਲਟਾ। ਸੋ ਐ ਇਲੈਕਟ੍ਰੋਨ ਚੱਲ ਰਿਹਾ ਹੈ। ਤਾਂ ਆਪਾਂ ਨੂੰ ਨੇ ਕੀ ਪੁੱਛਿਆ ਹੈ ਕਿ ਜੇ ਤੁਹਾਨੂੰ ਇਲੈਕਟ੍ਰੋਨ ਦੱਸ ਦਈਏ ਐਂਟੀ ਕਲੌਕਵਾਈਜ਼ ਤੇ ਕਰੰਟ ਕਿਹੜੀ ਡਾਇਰੈਕਸ਼ਨ 'ਚ ਹੋਏਗਾ ਤੇ ਕਿੰਨਾ ਕਰੰਟ ਹੋਏਗਾ। ਗਿਵਨ ਕੀ ਹੈ, ਸਿਰਫ ਇੱਕੋ ਹੀ ਚੀਜ਼ ਗਿਵਨ ਹੈ ਕਿ ਜਿਹੜੀ ਫ੍ਰੀਕੁਐਂਸੀ ਇਹਦੇ ਘੁੰਮਣ ਦੀ ਉਹ 10⁻14 ਹਰਟਜ਼ ਹੈ, ਠੀਕ ਹੈ। ਇਹ ਗਿਵਨ ਹੈ ਆਪਾਂ ਨੂੰ। ਹੁਣ ਆਪਾਂ ਇਹਦੇ ਤੋਂ ਕੱਢਣਾ, ਬੜਾ ਸੌਖਾ ਕੁਐਸਚਨ ਹੈ। ਮੈਨੂੰ ਨਹੀਂ ਲੱਗਦਾ ਕਿ 1 ਮਿੰਟ ਵੀ ਇਹ ਤੋਂ ਬਾਅਦ ਲੱਗਣਾ ਹੈ, ਬੜਾ ਸੌਖਾ ਹੈ। ਸਾਨੂੰ ਪਤਾ ਹੈ ਕਿ ਕਰੰਟ ਬਰਾਬਰ ਹੁੰਦਾ ਹੈ ਚਾਰਜ ਅਪੋਨ ਟਾਈਮ। ਚਾਰਜ ਕੌਣ ਹੈ, ਇੱਕ ਇਲੈਕਟ੍ਰੋਨ ਹੀ ਘੁੰਮ ਰਿਹਾ 1e, NE ਹੁੰਦਾ ਨਾ, ਜਦੋਂ ਘੁੰਮ ਹੀ ਇੱਕ ਰਿਹਾ 1e ਡਿਵਾਈਡਡ ਬਾਈ ਉਹਨੂੰ ਘੁੰਮਣ ਦੇ ਲਈ ਇੱਕ ਕਿਹੜਾ ਲਾਉਣ ਦੇ ਲਈ ਜਿਹੜਾ ਟਾਈਮ ਲੱਗਦਾ ਹੁੰਦਾ ਉਹਨੂੰ ਅਸੀਂ ਕੀ ਲਿਖਦੇ ਹਾਂ, ਕੈਪੀਟਲ T। ਗॉट ਇਟ। ਹੁਣ ਜਿਹੜਾ 1 ਆ ਤਾਂ E ਹੋ ਗਿਆ ਬੇਟੇ, E ਜਿਹੜਾ 1 ਕੈਪੀਟਲ T ਹੁੰਦਾ ਉਹ ਕੌਣ ਹੁੰਦਾ, ਐਕਚੁਅਲੀ ਨਿਊ। ਹੁਣੇ ਆਪਾਂ ਗੱਲ ਕਰਕੇ ਹਟੇ, ਮੈਂ ਦੁਬਾਰਾ ਲਿਖਣ ਦੀ ਲੋੜ ਨਹੀਂ ਹੋਣੀ ਚਾਹੀਦੀ, ਰਿਵਾਈਂਡ ਕਰਕੇ ਦੇਖ ਲਿਓ ਜੇ ਬਾਲੀ ਗੱਲ ਹੈ ਤਾਂ। E ਕਿੰਨਾ ਹੈ 1.6 into 10⁻−19। ਨਿਊ ਕਿੰਨਾ ਹੈ ਬੇਟੇ 10⁻14। ਕਿੰਨਾ ਸੌਖਾ ਸੀ ਦੇਖੋ ਯਾਰ। ਆ ਪਾਵਰ ਕਿੰਨੀ ਆ ਗਈ -15। ਇੰਨੇ ਕੀ ਬੇਟੇ ਕਰੰਟ ਕੱਢਿਆ ਤੇ ਇੰਨੇ ਕੀ ਆਏਗਾ, ਐਂਪੀਅਰ। ਸੋ ਦਿਸ ਇਜ਼ ਦ ਕਰੰਟ, ਸਿੰਪਲ। ਅਗਲੀ ਗੱਲ, ਕਰੰਟ ਦੀ ਡਾਇਰੈਕਸ਼ਨ ਕੀ ਹੋਏਗੀ। ਸਾਨੂੰ ਪਤਾ ਹੈ ਕਿ ਜਿੱਧਰ ਨੂੰ ਇਲੈਕਟ੍ਰੋਨ ਚੱਲਦਾ ਹੈ ਅਸੀਂ ਉਹਨੂੰ ਇਲੈਕਟ੍ਰੋਨਿਕ ਕਰੰਟ ਕਹਿੰਦੇ, ਯਾਨੀ ਕਿ ਇਲੈਕਟ੍ਰੋਨਿਕ ਕਰੰਟ ਤਾਂ ਐ ਹੈ, ਲੇਕਿਨ ਸਾਡਾ ਜਿਹੜਾ ਕਰੰਟ ਹੈ ਉਹ ਕਿੱਧਰ ਚੱਲਦਾ ਹੁੰਦਾ, ਜਦੋਂ ਇਲੈਕਟ੍ਰੋਨ ਚੱਲਦਾ ਹੋਵੇ ਉਸ ਤੋਂ ਉਲਟਾ ਅਸੀਂ ਮੰਨਦੇ ਹਾਂ। ਤਾਂ ਇਹ ਸਿਰਫ ਪ੍ਰੈਕਟਿਸ ਵਾਸਤੇ ਇਹ ਨਾਮ ਤਾਂ ਤੁਹਾਡਾ ਕਰੰਟ ਕਿਵੇਂ ਚੱਲੇਗਾ, ਕਲੌਕਵਾਈਜ਼। ਬਹੁਤ ਲੋੜ ਹੈ ਬੇਟੇ ਆਪਾਂ ਨੂੰ, ਮੈਗਨੇਟਿਜ਼ਮ ਵਾਲੇ ਚੈਪਟਰ 'ਚ ਆਪਾਂ ਬੜਾ ਕੁਝ ਇਦਾਂ ਦਾ ਪੜ੍ਹਨਾ ਹੈ। ਸੋ ਪ੍ਰੈਕਟਿਸ ਹੋ ਗਈ ਕਿ ਕਰੰਟ ਐ ਚੱਲੇਗਾ ਜਿੱਧਰ ਨੂੰ ਇਲੈਕਟ੍ਰੋਨ ਚੱਲਦਾ ਪਿਆ ਉਸ ਤੋਂ ਉਲਟਾ। ਸੋ ਬੇਟੇ ਨੈਕਸਟ ਨੂਮੈਰੀਕਲ ਵੱਲ ਚੱਲਾਂਗੇ। ਹੁਣ ਜਿਹੜੇ ਅਗਲੇ ਨੂਮੈਰੀਕਲ ਦੇ ਉਹ ਹੈਗੇ ਨੇ ਨਾਨ ਸਟੈਟਿਕ ਫਲੋ ਦੇ, ਠੀਕ ਹੈ। ਸੋ ਪਹਿਲਾ ਨੂਮੈਰੀਕਲ ਤੁਹਾਡੇ ਕੋਲ ਸਕਰੀਨ ਤੇ ਆ ਗਿਆ ਹੋਣਾ, ਮੈਨੂੰ ਇਰੇਜ਼ ਕਰ ਦੇਣਾ। ਕੀ ਬਣਿਆ ਆਪਾਂ ਨੂੰ ਇਸ ਵਾਰੀ, ਦੇਖੋ ਗ੍ਰਾਫ ਕੀ ਬਣਿਆ ਆਪਾਂ ਨੂੰ। ਗ੍ਰਾਫ ਵੀ ਕਿਵੇਂ ਦਾ ਕੀ ਬਣੇ, ਕਹਿੰਦਾ ਜੀ ਹੁਣ ਤੁਹਾਨੂੰ ਵੇਖ ਕੇ ਪਛਾਣ ਆ ਜਾਏਗੀ। ਦੇਖੋ ਟਾਈਮ ਤੇ ਕਰੰਟ ਦੀ ਮੈਕਸਿਮਮ ਵੈਲਿਊ ਕਿੰਨੀ ਕੀ ਬਣੇ 10 ਐਂਪੀਅਰ, ਠੀਕ ਹੈ। ਐਂਡ ਆਪਾਂ ਨੂੰ ਨੇ ਕੀ ਕਿਹਾ ਕਿ ਵੀ ਤੁਸੀਂ ਕੀ ਕਰਨਾ ਹੈ ਕਿ ਹੁਣ ਵੇਖੋ ਜੀ ਧਿਆਨ ਨਾਲ ਦੇਖੋ, ਜਿਵੇਂ ਜਿਵੇਂ ਟਾਈਮ ਬੀਤਿਆ ਪਹਿਲਾਂ ਕਰੰਟ ਵਧਿਆ, ਫਿਰ ਕਰੰਟ ਕੀ ਹੋ ਗਿਆ ਫਿਕਸ, ਫਿਰ ਉਸ ਤੋਂ ਬਾਅਦ ਕਰੰਟ ਕੀ ਕਰ ਗਿਆ, ਘਟ ਗਿਆ। ਸਮਝ ਆਈ ਗੱਲ। ਇਹ ਉਵੇਂ ਹੀ ਜਿਵੇਂ ਮੰਨ ਲਓ ਫਿਰ ਅਗੇਨ ਤੁਸੀਂ ਕਹੋਗੇ ਬਾਰ-ਬਾਰ ਇੱਕੋ ਐਗਜ਼ਾਮਪਲ ਦਿੰਦਾ ਕਿ ਸਿਗਨਲ ਤੇ ਐਵੇਂ ਹੁੰਦਾ, ਜਦੋਂ ਗ੍ਰੀਨ ਲਾਈਟ ਹੁੰਦੀ ਇੱਕ ਵਾਰੀ ਕਰੰਟ ਵੱਧਦਾ ਪਹਿਲਾਂ,
ਫਿਰ ਇੱਕ ਟਾਈਮ ਆਉਂਦਾ ਜਦੋਂ ਸਾਰੇ ਜਣੇ ਚੱਲਣ ਲੱਗ ਪੈਂਦੇ ਕੌਨਸਟੈਂਟ ਜਾਂ ਫਲੋ ਹੋ ਜਾਂਦਾ। ਫਿਰ ਜਦੋਂ ਰੈੱਡ ਲਾਈਟ ਆਉਣ ਲੱਗਦੀ ਹੈ ਫਿਰ ਇੱਕ ਵਾਰੀ ਫਲੋ ਜਿਹੜਾ ਉਸ ਜਗ੍ਹਾ ਦੀ ਗੱਲ ਕਰ ਰਿਹਾ ਸ਼ੁਰੂ 'ਚ ਉੱਥੇ ਘਟ ਜਾਂਦਾ। ਠੀਕ ਹੈ, ਆਈਡਲੀ ਸਪੀਕਿੰਗ ਐਵੇਂ ਹੁੰਦਾ। ਇਨ ਦਿਸ ਕੇਸ ਆਪਾਂ ਕਿਵੇਂ ਚੱਲਾਂਗੇ, ਮੈਂ ਤੁਹਾਨੂੰ ਬਿਲਕੁਲ ਇੱਕ ਬੇਸਿਕ ਤਰੀਕਾ ਸਿਖਾਵਾਂਗਾ। ਉਹ ਸਿੱਧਾ ਫਾਰਮੂਲਾ ਵੀ ਦੱਸ ਸਕਦਾ ਪਰ ਆਪਾਂ ਨੂੰ ਲੋੜ ਨਹੀਂ ਹੈਗੀ। ਸਾਨੂੰ ਪਤਾ ਹੈ ਕਿ I ਬਰਾਬਰ ਹੁੰਦਾ ਬੇਟੇ dq/dt। ਠੀਕ ਹੈ, ਚਾਰਜ ਕੱਢਣਾ ਹੈ ਨਾ ਇਸ ਕੇਸ 'ਚ, ਆਪਾਂ ਨੂੰ ਗ੍ਰਾਫ ਦਿੱਤਾ ਹੋਇਆ। ਇਥੋਂ dq ਕਿੰਨੇ ਬਰਾਬਰ ਆਏਗਾ, ਉਹ ਆਏਗਾ I/dt। ਗੱਲ ਨੂੰ ਧਿਆਨ ਨਾਲ ਸੁਣਨਾ। I/dt ਕੀ ਚੀਜ਼ ਹੈ? I/dt ਦਾ ਮਤਲਬ ਇਹ ਹੈ, ਇੱਕ ਵਾਰੀ ਮੈਂ ਇਹਨੂੰ ਇਰੇਜ਼ ਕਰ ਰਿਹਾ ਬੇਟੇ, 3 6 ਤੇ 8 ਹੈ ਨਾ ਆਪਣਾ, ਇਹਨੂੰ ਰੱਖ ਲੈਂਦੇ ਹਾਂ। ਮੈਂ ਕੀ ਕਰਦਾ ਕਿ ਆਹ ਇਦਾਂ ਇੱਕ ਸੋਚਦਾ ਵੀ ਬਈ ਇੱਕ ਛੋਟਾ ਜਿਹਾ ਇੰਟਰਵਲ ਲੈਂਦੇ ਆ dt, ਇਹਦਾ ਟਾਈਮ ਹੈ ਨਾ। dt ਇੰਟਰਵਲ 'ਚ ਆਪਾਂ ਜੇ ਇਹਨੂੰ ਛੋਟੇ ਛੋਟੇ ਹਿੱਸਿਆਂ 'ਚ ਵੰਡ ਦਈਏ, ਇੱਕ ਰੈਕਟੈਂਗਲ ਜੀ ਬਣ ਗਈ। ਇਧਰ ਨੂੰ ਕਰੰਟ, ਇਧਰ ਨੂੰ ਬੇਟੇ ਕਰੰਟ ਹੋਊਗਾ, ਉਹਦਾ ਨਾਮ ਕੀ ਰੱਖ ਲਿਆ I। ਹੁਣ I/dt ਇੱਕ ਰੈਕਟੈਂਗਲ ਦਾ ਏਰੀਆ ਨਹੀਂ ਹੋਊਗਾ, ਲੈਂਥ ਇਨਟੂ ਬ੍ਰੈਡਥ। I/dt ਐਕਚੁਅਲੀ ਛੋਟੇ ਜਿਹੇ ਰੈਕਟੈਂਗਲ ਦਾ ਏਰੀਆ, ਤੇ ਛੋਟੇ ਜਿਹੇ ਰੈਕਟੈਂਗਲ ਦਾ ਏਰੀਆ ਮੈਨੂੰ ਕੀ ਦੇ ਰਿਹਾ, ਛੋਟਾ ਜਿਹਾ ਚਾਰਜ। ਇਹਦਾ ਮਤਲਬ ਜੇ ਮੈਂ ਟੋਟਲ ਚਾਰਜ ਕਰਨਾ ਚਾਹਣਾ, ਟੋਟਲ ਚਾਰਜ, ਜੇ ਛੋਟੀ ਜਿਹੀ ਰੈਕਟੈਂਗਲ ਦਾ ਏਰੀਆ ਥੋੜਾ ਚਾਰਜ ਦਿੰਦੀ ਹੈ, ਸਾਰਾ ਚਾਰਜ ਕਰਨ ਲਈ ਆਪਾਂ ਨੂੰ ਕੀ ਕਰਨਾ ਪਏਗਾ, ਏਰੀਆ ਅੰਡਰ ਦੀ ਗ੍ਰਾਫ। ਹੁਣ ਅੱਜ ਤੋਂ ਬਾਅਦ ਪੁੱਛਣਾ ਨਾ ਬਸ, ਠੀਕ ਹੈ, ਜਦੋਂ ਵੀ ਇਹ ਕੁਐਸਚਨ ਜਿੰਨੇ ਮਰਜ਼ੀ ਬਣਾ ਲਓ ਬੇਟੇ, ਹੁਣ ਏਰੀਆ ਕੱਢਣਾ ਹੈ। ਏਰੀਆ ਕਿਵੇਂ ਕੱਢੋਗੇ, ਸਾਨੂੰ ਪਤਾ ਸੀ ਆ 3 ਸੀ ਬੇਟੇ, ਆ 6 ਸੀ, ਆ 8। ਤੁਸੀਂ ਕੀ ਕਰਨਾ ਹੈ ਕਿ ਇਸ ਫਿਗਰ ਨੂੰ ਪਹਿਚਾਨਣਾ ਹੈ ਕੌਣ ਹੈ ਏਰੀਆ ਕੱਢਣ ਦੇ ਲਈ। ਐਂਡ ਤੁਸੀਂ ਇਹਨੂੰ ਦੋ ਤਰੀਕੇ ਨਾਲ ਕਰ ਸਕਦੇ ਹੋ। ਇਹਨੂੰ ਐਵੇਂ ਵੀ ਮੰਨ ਸਕਦੇ ਹੋ ਕਿ ਇਹਦੇ ਵਿੱਚ ਦੋ ਟ੍ਰਾਇੰਗਲਾਂ ਨੇ ਤੇ ਇੱਕ ਰੈਕਟੈਂਗਲ ਹੈ, ਜਾਂ ਟੋਟਲ ਫਿਗਰ ਕਿਹੜੀ ਹੈ, ਟ੍ਰੈਪੀਜ਼ੀਅਮ ਹੈ। ਤੇ ਟ੍ਰੈਪੀਜ਼ੀਅਮ ਦੇ ਏਰੀਆ ਦਾ ਫਾਰਮੂਲਾ ਪਤਾ ਕੀ ਹੁੰਦਾ, ਹਾਫ ਸਮ ਆਫ ਪੈਰਲਲ ਸਾਈਡਸ, ਸਮ ਆਫ ਪੈਰਲਲ ਸਾਈਡਸ ਇਨਟੂ ਬੇਟੇ ਇਹਨਾਂ ਚ ਡਿਸਟੈਂਸ ਆਵਲਾ ਇਨਟੂ ਡਿਸਟੈਂਸ ਬਿਟਵੀਨ them। ਠੀਕ ਹੈ, ਮੈਂ ਫਾਰਮੂਲਾ ਲਿਖਿਆ ਸਿਰਫ। ਠੀਕ ਹੈ, ਇਹਦਾ ਮਤਲਬ ਇਹ ਹੋ ਗਿਆ ਕਿ ਮੇਰਾ ਜਿਹੜਾ ਹਾਫ ਸਮ ਆਫ ਪੈਰਲਲ ਆ ਕਿੰਨੀ ਹੋਏਗੀ ਬੇਟੇ, ਜੇ ਬੇਟੇ ਆ ਦੇਖੋ ਨਾ, ਆ 6 ਹੈ, ਧਿਆਨ ਨਾਲ ਦੇਖਿਓ ਪਲੀਜ਼, ਗਾ ਪਿਆ ਹੋਇਆ ਪਰ ਧਿਆਨ ਨਾਲ ਦੇਖਿਓ। ਆ 6 ਹੈ, ਉਹਦੇ ਚੋਂ ਇੰਨਾ 3 ਹੈ ਬੇਟੇ। ਜੇ ਆ 6 ਹੈ, ਆ 3 ਹੈ, ਤੇ ਆ ਕਿੰਨਾ ਬਚਿਆ, ਇਹ 3 ਹੈ, ਮਤਲਬ ਆ 3 ਹੋ ਗਿਆ ਬੇਟੇ ਯੂਨਿਟਸ, ਇੱਥੋਂ ਲੈ ਕੇ ਇੱਥੋਂ ਤੱਕ। ਸੋ 3 ਪਲਸ ਇਹਦੇ ਸਾਹਮਣੇ ਵਾਲੀ ਪੈਰਲਲ ਕੌਣ ਹੈ, 8 ਇਨਟੂ ਕੀ ਕਰਾਂਗੇ, ਆ ਵਾਲੀ ਆ ਚੀਜ਼ ਹਾਈਟ, ਜਿਹੜਾ ਇਹਨਾਂ ਦੋਨਾਂ ਦੀ ਡਿਸਟੈਂਸ ਉਹ ਕਿੰਨਾ ਬੇਟੇ 10। ਸੋ ਇੱਥੇ ਇਨਟੂ ਆ ਗਿਆ 10। ਆਪ ਉੱਤੇ ਆਪਾਂ ਕੱਟ ਸਕਦੇ ਹਾਂ। ਠੀਕ ਹੈ, 8 ਤੇ 3 ਕਿੰਨਾ ਹੋ ਗਿਆ, 11 5 ਸਰ ਕਿੰਨਾ ਹੋ ਗਿਆ, 55। ਸੋ 55 ਕੀ ਆਣਗੇ ਬੇਟਾ, ਕਿਉਂਕਿ ਚਾਰਜ ਕੱਢਿਆ, ਇੰਨੇ ਕੀ ਆਏਗਾ, ਕੂਲਮ। ਸੋ ਇਹਦਾ ਮਤਲਬ 8 ਸੈਕਿੰਡ ਦੇ ਵਿੱਚ ਕਿਸੇ ਵੀ ਕੰਡਕਟਰ 'ਚ ਜੇ ਆਹ ਸਿਚੁਏਸ਼ਨ ਹੋਏਗੀ ਤਾਂ ਇੰਨੇ ਕੂਲਮ ਚਾਰਜ ਲਾਂਗੇ। ਇਹਦਾ ਬਹੁਤ ਵੱਡਾ ਚਾਰਜ, ਬਟ ਆਪਾਂ ਬਹੁਤ ਡਿਟੇਲ 'ਚ ਡਿਸਕਸ਼ਨ ਕੀਤੀ ਹੈ ਕਿ ਲੰਘ ਸਕਦਾ ਹੈ। ਖਿਡਾਉਣਾ ਔਖਾ ਹੁੰਦਾ ਇੰਨਾ ਚਾਰਜ, ਲੰਘਾਉਣਾ ਸੌਖਾ ਕੰਮ ਹੈ। ਠੀਕ ਹੈ, ਸੋ ਨੈਕਸਟ ਨੂਮੈਰੀਕਲ ਵੱਲ ਚੱਲਦੇ ਹਾਂ। ਬੜਾ ਬਹੁਤ ਇੰਪੋਰਟੈਂਟ। ਠੀਕ ਹੈ, ਕੰਪੀਟੀਸ਼ਨ ਵਾਲੇ ਬੱਚਿਆਂ ਵਾਸਤੇ ਖਾਸ ਕਰਕੇ ਬਹੁਤ ਇੰਪੋਰਟੈਂਟ ਹੈ ਅਗਲੇ ਦੋਨੋਂ ਨੂਮੈਰੀਕਲ। ਠੀਕ ਹੈ, ਅਗਲਾ ਨੂਮੈਰੀਕਲ ਕੀ ਹੈ ਬੇਟੇ, ਕਿ ਆਪਾਂ ਨੂੰ ਕਿਊ ਦਿੱਤਾ ਹੋਇਆ, ਕਿਊ ਕਿਹਦੇ ਬਰਾਬਰ ਦਿੱਤਾ, ਦੇਖੋ ਪਹਿਲਾਂ ਤਾਂ ਆਪਾਂ ਇਹ ਡਿਸਾਈਡ ਕਰੀਏ ਕਿ ਇਹ ਇਨਫੋਰਮੇਸ਼ਨ ਕੀ ਦੇ ਰਿਹਾ ਹੈ। ਪੱਕੀ ਗੱਲ ਹੈ ਬੇਟੇ ਕਿ ਜਿਵੇਂ ਜਿਵੇਂ ਟਾਈਮ ਬੀਤੇਗਾ, ਜੇ ਤੁਸੀਂ ਇੱਥੇ 0 ਵੈਲਿਊ ਭਰੋਗੇ ਤਾਂ ਆਨਸਰ 0 ਆਏਗਾ, 1 ਭਰੋਗੇ ਤਾਂ ਕੋਈ ਹੋਰ ਆਨਸਰ ਆਏਗਾ, 2 ਭਰੋਗੇ ਤਾਂ ਹੋਰ ਆਨਸਰ ਆਏਗਾ। ਮਤਲਬ ਇਹ ਨਾ, ਮਤਲਬ ਇਹ ਕਿ ਇਹ ਇੱਕ ਨॉन ਸਟੈਡੀ ਫਲੋ ਹੈ। ਜੇ ਤੁਸੀਂ ਕਿਊ ਦਾ ਤੇ ਟੀ ਦਾ ਗ੍ਰਾਫ ਬਣਾਓਗੇ ਨਾ, ਲੀਨੀਅਰ ਨਹੀਂ ਬਣਨਾ। ਟੀ ਕਿਊਬ ਤੇ ਕਿਊ ਚ ਗ੍ਰਾਫ ਜਿਹੜਾ ਨਾ ਉਹ ਐ ਬਣੇਗਾ। ਠੀਕ ਹੈ, ਜਿਵੇਂ ਮਤਲਬ ਰਾਈਜ਼ ਕਰੇਗਾ। ਤਾਂ ਇਹ ਇੱਕ ਨॉन ਸਟੈਡੀ ਫਲੋ ਵਾਲਾ ਕੁਐਸਚਨ ਹੈ, ਕਿਉਂਕਿ ਫਲੋ ਨॉन ਸਟੈਡੀ ਹੈ। ਇਨ ਦਿਸ ਕੇਸ ਚ ਆਪਾਂ ਨੇ ਕੀ ਪੁੱਛਿਆ, ਨੰਬਰ 1 ਤੇ ਕਰੰਟ ਕੱਢੋ। ਕਦੋਂ ਕੱਢੋ ਬੇਟੇ, ਪਹਿਲਾ ਕੁਐਸਚਨ ਕੀ, ਜਦੋਂ ਟੀ ਕਿੰਨਾ ਹੋਵੇ 2 ਸੈਕਿੰਡ, ਪਹਿਲਾ ਕੁਐਸਚਨ। ਦੂਜਾ ਕੁਐਸਚਨ ਉਹਨੇ ਕੀ ਪੁੱਛਿਆ ਹੈ ਕਿ ਤੁਸੀਂ ਐਵਰੇਜ ਕਰੰਟ ਕੱਢੋ। ਐਵਰੇਜ ਲਈ ਫਿਰ ਤੁਹਾਨੂੰ ਜ਼ਿਆਦਾ ਟਾਈਮ ਦੇਣਾ ਪਏਗਾ। ਉਹ ਦੇ ਰਿਹਾ ਕਿੰਨਾ ਟਾਈਮ, 0 ਤੋਂ ਲੈ ਕੇ 4 ਸੈਕਿੰਡ ਤੱਕ। ਦੇਖੋ ਜੋ ਨੇ ਕਿਹਾ ਮੈਂ ਉਹਨੂੰ ਮੈਥਮੈਟਿਕਲੀ ਲਿਖ ਰਿਹਾ। ਤੇ ਤੀਜੇ ਨੰਬਰ ਤੇ ਉਹਨੇ ਕਿਹਾ ਕਿ ਮਿਨੀਮਮ ਕਰੰਟ ਕੱਢੋ। ਇਹ ਹੈ ਜਿਹੜੀ ਚੀਜ਼ ਤੁਸੀਂ ਧਿਆਨ ਨਾਲ ਸਿੱਖਣੀ ਵੀ ਬੇਟੇ, ਮਿਨੀਮਮ ਕਰੰਟ ਕਿੰਨਾ ਹੋ ਸਕਦਾ। ਆਈ ਟੋਲਡ ਯੂ ਕਿ ਇਹਦਾ ਜੇ ਤੁਸੀਂ ਗ੍ਰਾਫ ਬਣਾਓਗੇ ਉਹਨੇ ਵੱਧੀ ਜਾਣਾ, ਆਪਾਂ ਮਿਨੀਮਮ ਦੱਸਣਾ ਕਿੰਨਾ ਕਰੰਟ ਹੋ ਸਕਦਾ। ਠੀਕ ਹੈ, ਸੋ ਦੀਸ ਆਰ ਦ 3 ਕੁਐਸਚਨਸ। ਸ਼ੁਰੂ ਕਰੀਏ। ਸੌਖਾ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ। ਇਨ ਦਿਸ ਕੇਸ ਆਪਾਂ ਨੂੰ ਪਤਾ ਹੈ ਕਿ ਜਦੋਂ ਨॉन ਸਟੈਡੀ ਫਲੋ ਹੁੰਦਾ ਫਿਰ ਫਾਰਮੂਲਾ ਆ ਲੱਗਦਾ ਹੁੰਦਾ, ਕਦੀ ਵੀ ਦੂਜਾ ਫਾਰਮੂਲਾ ਨਹੀਂ ਲਾਈਦਾ। ਠੀਕ ਹੈ, ਹੁਣ dq/dt ਕੱਢਦਾ ਹੈ, d/dt ਆਫ ਇੱਥੇ ਲੈ ਕੇ ਬੇਟੇ q ਦੀ ਵੈਲਿਊ ਭਰ ਦੋ। ਹੁਣ ਧਿਆਨ ਨਾਲ ਸੁਣੀ ਜਾਂਦਾ, ਧਿਆਨ ਨਾਲ ਆਹ ਆ ਗਿਆ। ਜੇ ਤੁਸੀਂ ਇਹਦਾ ਡੈਰੀਵੇਟਿਵ ਕੱਢਣਾ ਹੈ, ਹੁਣ ਵੈਸੇ ਡੈਰੀਵੇਟਿਵ ਦੀ ਪ੍ਰੈਕਟਿਸ ਲਈ ਵੀ ਵੀਡੀਓ ਜਲਦੀ ਹੀ ਜਿਹੜਾ ਮੈਥਮੈਟਿਕਸ ਐਂਡ ਫਿਜ਼ਿਕਸ ਪਲੇਲਿਸਟ ਹੈ ਉਹਦੇ ਵਿੱਚ ਅਵੇਲੇਬਲ ਹੋਏਗੀ। ਫਿਲਹਾਲ ਮੈਂ ਟ੍ਰਿਗਨੋਮੈਟਰੀ ਦੀ, ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਕਿ ਟ੍ਰਿਗਨੋਮੈਟਰੀ ਦੀ ਮੈਂ ਇੱਕ ਵੀਡੀਓ ਬਣਾਤੀ ਹੈ, ਉਹ ਅਵੇਲੇਬਲ ਹੋਊਗੀ ਜਲਦੀ ਤੁਹਾਨੂੰ। ਜਿਹੜੇ ਬੱਚਿਆਂ ਨੂੰ ਸਾਈਨ 180 ਮਾਈਨਸ ਥੀਟਾ ਕਿੰਨਾ ਹੁੰਦਾ ਹੈ, ਸਾਈਨ 180 ਡਿਗਰੀ ਕਿੰਨਾ ਹੁੰਦਾ ਹੈ, ਜਾਂ ਪਾਈ ਪੂਈ ਵਾਲੀਆਂ ਪ੍ਰੋਬਲਮਸ ਆਉਂਦੀਆਂ, ਉਹ ਵੀਡੀਓਜ਼ ਜ਼ਰੂਰ ਦੇਖ ਲੈਣਾ, ਮੈਂ ਪਾਊਂਗਾ ਤੁਹਾਨੂੰ। ਠੀਕ ਹੈ, ਤਾਂ ਬਸ ਇਹ ਵੀ ਬਣਾਊਂਗਾ ਜਲਦੀ, ਇਹ ਵੀ ਤੁਹਾਨੂੰ ਮਿਲ ਜਾਏਗਾ। ਪਰ ਇੱਥੇ ਮੈਂ ਦੱਸ ਸਕਦਾ, ਇਹਦਾ ਕੋਈ ਸੌਖਾ ਕੰਮ ਹੈ। ਡੈਰੀਵੇਟਿਵ ਕਿਵੇਂ ਕੱਢੀਦਾ, ਪਾਵਰ ਆ ਜਾਂਦੀ ਬੇਟੇ ਅੱਗੇ,
ਜਦੋਂ ਪਾਵਰ ਅੱਗੇ ਆ ਜਾਂਦੀ ਪਿੱਛੇ ਪਾਵਰ 1 ਘਟ ਜਾਂਦੀ। ਲੋ ਜੀ 3 ਅੱਗੇ ਆ ਗਿਆ, ਪਿੱਛੇ ਕਿੰਨਾ ਰਹਿ ਗਿਆ 2। ਇੱਥੇ ਪਾਵਰ ਅੱਗੇ ਆਏਗੀ ਕਿੰਨਾ ਬਣ ਜਾਏਗਾ 6, ਪਿੱਛੇ ਇੱਕ ਪਾਵਰ ਘਟ ਜਾਏਗੀ, ਕਿੰਨੀ ਰਹਿ ਜਾਏਗੀ 1 ਪਲੱਸ 2। 1 ਪਾਵਰ ਅੱਗੇ ਆਏਗੀ ਤਾਂ 2 ਨੂੰ 1 ਨਾਲ ਮਲਟੀਪਲਾਈ ਕਰੋਗੇ 2 ਹੀ ਆਊਗਾ ਹਨਾ, ਤੇ ਪਿੱਛੇ t ਦੀ ਪਾਵਰ ਕਿੰਨੀ ਰਹਿ ਜਾਏਗੀ ਘਟ ਕੇ 0। ਐਨੀਥਿੰਗ ਰੇਜ਼ ਟੂ ਪਾਵਰ 0 ਇਜ਼ 1, ਸੋ ਛੱਡ ਹੀ ਦਿਓ ਭਾਵੇਂ। ਆ ਗਿਆ ਤੁਹਾਡੇ ਕੋਲ ਕਰੰਟ ਦੀ ਵੈਲਿਊ ਬੇਟੇ। ਹੁਣ ਜਿਹੜਾ ਇਹ ਤੁਹਾਡੇ ਕੋਲ ਕਰੰਟ ਆ ਗਿਆ, ਇੱਥੋਂ ਆਪਾਂ ਪਹਿਲੇ ਦੋ ਆਨਸਰ ਕੱਢ ਸਕਦੇ ਹਾਂ ਬੇਟੇ, ਰਾਦਰ ਪਹਿਲਾ ਆਨਸਰ ਆ ਵਾਲਾ ਕੱਢ ਸਕਦੇ ਹਾਂ ਕਿ ਟਾਈਮ ਜਦੋਂ 2 ਸੈਕਿੰਡ ਹੋਇਆ ਉਦੋਂ ਕਿੰਨਾ ਕਰੰਟ ਹੈ, ਇਹਨੂੰ ਪੁੱਛ ਲਓ। ਇਹ ਕਹਿੰਦਾ ਇਹ ਕੀ ਹੈ, ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਕਰੰਟ ਹੈ। 2 ਸੈਕਿੰਡ ਤੇ ਕਿੰਨਾ ਪੁੱਛ ਲਓ, ਕਹਿੰਦਾ 2 ਸੈਕਿੰਡ ਇੱਥੇ ਲੈ ਕੇ 2 ਦੀ ਵੈਲਿਊ ਭਰ ਦਿਓ, ਟਾਈਮ ਦੀ ਭਰ ਦਿੰਦੇ ਬੇਟੇ। ਆ ਕਿੰਨਾ ਬਣੇਗਾ 4 3 12, ਆ ਵੀ 12 ਹੈ। 12 ਤੇ 12 ਕੱਟੇਗੇ ਬੇਟੇ, ਕੱਟਣਾ ਹੈ ਕੱਟ ਦੋ, ਕਿੰਨਾ ਆਏਗਾ 2 ਐਂਪੀਅਰ। ਸੋ 2 ਸੈਕਿੰਡ ਤੇ ਕਿੰਨੇ ਐਂਪੀਅਰ ਕਰੰਟ ਚੱਲ ਰਿਹਾ ਹੈ 2 ਐਂਪੀਅਰ। ਪਹਿਲਾ ਕੁਐਸਚਨ ਦਾ ਆਨਸਰ ਹੋਇਆ ਇੱਕ, ਅਗਲਾ ਹੋ ਗਿਆ। ਦੂਜਾ ਕੁਐਸਚਨ ਐਵਰੇਜ ਕਰੰਟ ਕੱਢੋ ਜੀ। ਸਾਨੂੰ ਪਤਾ ਹੈ ਐਵਰੇਜ ਕਰੰਟ ਹੁੰਦਾ ਟੋਟਲ ਚਾਰਜ ਡਿਵਾਈਡਡ ਬਾਈ ਟੋਟਲ ਟਾਈਮ, ਜਾਂ ਕਹਿ ਦੋ ਨੈਟ ਚਾਰਜ, ਐਵੇਂ ਬੋਲ ਦੀਦਾ। ਹੁਣ ਚਾਰਜ ਕਿਵੇਂ ਕੱਢੋਗੇ, 4 ਸੈਕਿੰਡ ਤੇ ਕਿੰਨਾ ਚਾਰਜ ਹੋਇਆ ਪਹਿਲਾਂ ਉਹ ਕੱਢ ਲਓ, ਕਿੰਨਾ 4 ਸੈਕਿੰਡ ਤੇ ਹਨਾ। ਤਾਂ ਆਪਾਂ ਨੂੰ ਇਹਦੇ ਲਈ ਕੀ ਕਰਨਾ ਪਏਗਾ, Q at 4 ਸੈਕਿੰਡ ਕਰਨਾ ਪਏਗਾ। ਐਂਡ ਜਿਹੜਾ ਦੂਜਾ ਹੈ 0 ਸੈਕਿੰਡ ਤੇ, ਜਦੋਂ ਇੱਥੇ 0 ਭਰੋਗੇ ਬੇਟੇ ਤਾਂ 0 ਭਰਨ ਤੇ ਇੱਥੇ 0 ਹੀ ਆ ਜਾਣਾ, ਤੁਹਾਨੂੰ ਲਿਖਣ ਦੀ ਲੋੜ ਹੀ ਨਹੀਂ, ਭਾਵੇਂ ਉਹ ਬਸ 0 ਹੀ ਹੈ ਹੀ ਨਹੀਂ। ਸੋ ਟੋਟਲ ਚਾਰਜ ਕਿੰਨਾ ਫਲੋ ਹੋਊਗਾ, ਉਹ 0 ਤੇ ਤਾਂ ਕੋਈ ਫਲੋ ਨਹੀਂ ਹੋਏਗਾ, 4 ਸੈਕਿੰਡ 'ਚ ਕਿੰਨਾ ਹੋਊਗਾ, ਇੱਥੇ 4 ਭਰਤਾ ਵੀ ਭਰ ਦਾਂਗੇ, ਤੇ ਨੀਚੇ ਟੋਟਲ ਟਾਈਮ ਕਿੰਨਾ ਆਏਗਾ 4। ਹੁਣ Q 4 ਸੈਕਿੰਡ 'ਚ ਕਿੰਨਾ ਹੋਊਗਾ ਬੇਟੇ, ਇੱਥੇ ਕੱਢ ਲਓ, ਭਰੋ। T ਦੀ ਵੈਲਿਊ 4 ਭਰੋਗੇ ਤੇ ਕਿੰਨਾ ਆਏਗਾ ਇੱਥੇ 64, ਇੱਥੇ 4 ਭਰੋਗੇ ਤੇ ਕਿੰਨਾ ਆਏਗਾ 4 16 16 3 are 48 ਪਲੱਸ ਦਾ ਇੱਥੇ ਜਦੋਂ ਤੁਸੀਂ ਭਰੋਗੇ 4 into 2 ਕਿੰਨਾ ਆ ਗਿਆ 8 ਡਿਵਾਈਡਡ ਬਾਈ ਕਿੰਨਾ ਆ ਗਿਆ 4। ਠੀਕ ਹੈ, ਇਹ ਕਿੰਨਾ ਬਣ ਗਿਆ 64 minus 40, ਇਹ ਕਿੰਨਾ ਬਣ ਗਿਆ 24 ਡਿਵਾਈਡਡ ਬਾਈ 4, ਤੇ ਯਾਨੀ ਕਿ ਕਿੰਨਾ ਆ ਗਿਆ 6 ਐਂਪੀਅਰ। ਸੋ ਇਹ ਮਤਲਬ ਜਿਹੜਾ ਐਵਰੇਜ ਕਰੰਟ ਹੈ ਉਹ ਕਿੰਨਾ ਚੱਲਦਾ ਪਿਆ 6 ਐਂਪੀਅਰ ਦਾ ਚੱਲਦਾ ਪਿਆ ਇਨ ਗਿਵਨ ਦਿਸ ਟਾਈਮ। ਠੀਕ ਹੈ, ਹੁਣ ਤੀਜਾ ਕੁਐਸਚਨ ਬਹੁਤ ਇੰਪੋਰਟੈਂਟ ਹੈ ਬੇਟੇ। ਠੀਕ ਹੈ, ਉਹ ਮੈਂ ਉਰੇ ਕਰ ਰਿਹਾ, ਮਿਨੀਮਮ ਕਰੰਟ ਕਿੰਨਾ ਹੈ। ਠੀਕ ਹੈ, ਧਿਆਨ ਨਾਲ ਸੁਣ ਲੈਣਾ, ਵੈਰੀ ਵੈਰੀ ਇੰਪੋਰਟੈਂਟ, ਮੇਰੇ ਹਿਸਾਬ ਨਾਲ ਬਹੁਤ ਇੰਪੋਰਟੈਂਟ ਹੈ। ਬਾਕੀ ਤੁਸੀਂ ਆਪਦੇ ਆਪ ਡਿਸਾਈਡ ਕਰਨਾ ਕਿ ਕਿੱਦਾਂ ਦਾ। ਜਦੋਂ ਵੀ ਕੁਐਸਚਨ ਆਵੇ ਮਿਨੀਮਮ ਜਾਂ ਮੈਕਸਿਮਮ ਕੱਢਣ ਦਾ ਤਾਂ ਕਿਵੇਂ ਕਰੀਦਾ। ਹੁਣ ਇਹਦੇ ਲਈ ਇੱਕ ਮੈਥਡ ਹੈ, ਨਾਨ ਮੈਡੀਕਲ ਵਾਲੇ ਬੱਚੇ ਵੇਖੋ ਸਿੱਖ ਜਾਣਗੇ, ਮੈਡੀਕਲ ਵਾਲੇ ਬੱਚਿਆਂ ਨੂੰ ਸਿੱਖਣ ਦਾ ਹੀ ਨਹੀਂ ਮੌਕਾ ਮਿਲਦਾ ਕਿਉਂਕਿ ਉਹਨਾਂ ਦੇ ਆਉਂਦਾ ਹੀ ਨਹੀਂ ਕਦੀ ਵੀ ਇਹ। ਤਾਂ ਤੁਸੀਂ ਹੁਣ ਸਿੱਖ ਲੈਣਾ ਤਾਂ ਕਿ ਜਦੋਂ ਵੀ ਕੁਐਸਚਨ ਆਵੇ ਮੈਕਸਿਮਮ ਮਿਨੀਮਮ ਦਾ ਕਿਵੇਂ ਕੱਢੀਦਾ ਉਹ ਦੇਖੋ। ਤੁਸੀਂ ਮੈਕਸਿਮਮ ਕਿੱਦਾਂ ਕੱਢਣਾ ਕਰੰਟ ਦਾ, ਮਿਨੀਮਮ ਸੌਰੀ, ਜਿੰਨਾ ਮਿਨੀਮਮ ਕੱਢਣਾ ਹੁੰਦਾ ਉਹ ਪਹਿਲਾਂ ਇੱਕ ਵਾਰੀ ਲਿਖ ਲਓ। ਕੋਈ ਜੀ ਤੇਰਾ ਮਿਨੀਮਮ ਕੱਢਣਾ ਹੈ, ਭਾਈ ਸਾਹਿਬ ਉਰੇ ਆਓ, ਆ ਗਿਆ ਕਹਿੰਦਾ। ਮੈਂ ਬੇਟੇ ਸਿਰਫ ਮੈਥਡ ਹੀ ਸਿਖਾ ਪਾਉਂਗਾ ਤੁਹਾਨੂੰ, ਠੀਕ ਹੈ, ਡਿਟੇਲਸ ਨਹੀਂ ਜਾਵਾਂਗੇ, ਬਟ ਮੈਥਡ ਆ ਜਾਵੇ ਇੰਨਾ ਵੀ ਬੜਾ ਆਪਣੇ ਲਈ। ਜਿੰਨਾ ਮਿਨੀਮਮ ਕੱਢਣਾ ਨਾ ਪਹਿਲਾਂ ਉਹਦਾ ਡੈਰੀਵੇਟਿਵ ਕੱਢ ਲਈਦਾ। ਕੱਢ ਲਿਆ ਜੀ, ਡੈਰੀਵੇਟਿਵ ਕਿਵੇਂ ਕੱਢੋਗੇ, ਸ਼ਾਬਾਸ਼ ਕਢਾਓ। ਇਹਦਾ ਡੈਰੀਵੇਟਿਵ ਅੱਗੋਂ ਪਾਵਰ ਅੱਗੇ ਆ ਜਾਏਗੀ 6, t ਦੀ ਪਾਵਰ ਕਿੰਨੀ ਰਹਿ ਜਾਏਗੀ 1 ਮਾਈਨਸ 6, ਪਾਵਰ ਅੱਗੇ ਆਏਗੀ ਪਿੱਛੇ ਪਾਵਰ ਕਿੰਨੀ ਰਹਿ ਜਾਏਗੀ 0, ਐਨੀਥਿੰਗ ਰੇਜ਼ ਟੂ ਪਾਵਰ 0 ਇਜ਼ 1। ਠੀਕ ਹੈ, ਤਾਂ ਪਲੱਸ ਕਾਂਸਟੈਂਟ ਦਾ ਡੈਰੀਵੇਟਿਵ, ਕਾਂਸਟੈਂਟ ਟਾਈਮ ਦੇ ਨਾਲ ਨਹੀਂ ਬਦਲਦੇ ਹੁੰਦੇ, ਉਹਦਾ ਡੈਰੀਵੇਟਿਵ ਕਿੰਨਾ ਆਏਗਾ 0। ਸੋ ਆਪਣੇ ਕੋਲ ਕਿੰਨਾ ਆ ਗਿਆ ਇਹ 60 ਮਾਈਨਸ 6। ਕੀ ਹੋਇਆ, ਪਹਿਲਾਂ ਆਪਾਂ ਜਿੰਨਾ ਮਿਨੀਮਮ ਕੱਢਣਾ ਉਹਨੂੰ ਲਿਖਿਆ, ਫਿਰ ਉਹਦਾ ਡੈਰੀਵੇਟਿਵ ਕੱਢਿਆ, ਫਿਰ ਅਗਲਾ ਸਟੈਪ ਕੀ ਹੈ, ਇਹ ਸਟੈਪ 1 ਸੀ ਬੇਟੇ, ਡੈਰੀਵੇਟਿਵ ਕੱਢ ਲਿਆ। ਸਟੈਪ 2 ਕੀ ਹੈ ਕਿ ਤੁਸੀਂ ਉਹਦੇ ਡੈਰੀਵੇਟਿਵ ਨੂੰ ਪੁੱਟ ਕਰ ਦੇਣਾ ਬੇਟੇ 0, di/dt ਨੂੰ 0 ਪੁੱਟ ਕਰ ਦਿਓ। ਜਦੋਂ ਤੁਸੀਂ 0 ਪੁੱਟ ਕਰੋਗੇ ਤਾਂ 60 ਮਾਈਨਸ 6 0 ਦਾ ਮਤਲਬ ਪਤਾ ਕਿੰਨਾ ਹੈ, ਇਥੋਂ t ਕਿੰਨਾ ਆ ਜਾਏਗਾ ਦੱਸੋਗੇ। t ਆ ਜਾਏਗਾ, ਜਦੋਂ ਇਹਨੂੰ ਉਧਰ ਲੈ ਕੇ ਜਾਓਗੇ ਫਿਰ 6 ਨਾਲ ਡਿਵਾਈਡ ਕਰੋਗੇ ਤਾਂ 1 ਸੈਕਿੰਡ ਆ ਜਾਏਗਾ। ਠੀਕ ਹੈ, ਹੁਣ ਆਪਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਮਿਨੀਮਮ ਮੰਨਣਾ ਹੈ ਕਿ ਮੈਕਸਿਮਮ ਮੰਨਣਾ ਹੈ, ਜਿਵੇਂ ਮੈਂ ਕਹਿਤਾ ਨਾ ਕਿ ਮਿਨੀਮਮ, ਬਟ ਪਤਾ ਨਹੀਂ ਹੈਗਾ। ਫਿਰ ਅਗਲਾ ਸਟੈਪ ਕੀ ਹੈ, ਸਟੈਪ 3 ਹੈ ਬੇਟੇ। ਵੈਸੇ ਤਾਂ ਕੋਈ ਏਡੀ ਖਾਸ ਗੱਲ ਨਹੀਂ ਹੈਗੀ, ਪਹਿਲਾਂ ਲਿਖਿਆ ਫਿਰ ਉਹਦਾ ਪਹਿਲਾ ਡੈਰੀਵੇਟਿਵ ਲੈ ਕੇ ਉਹਨੂੰ 0 ਪੁੱਟ ਕੀਤਾ, ਜਿਹੜਾ ਆਨਸਰ ਆ ਗਿਆ। ਹੁਣ ਅਗਲਾ ਸਟੈਪ ਕੀ ਹੈ, ਤੁਸੀਂ ਕੱਢਣਾ ਡਬਲ ਡੈਰੀਵੇਟਿਵ, ਦੁਬਾਰਾ ਫਿਰ ਡੈਰੀਵੇਟਿਵ ਕੱਢਣਾ ਹੁੰਦਾ ਇਸੇ ਚੀਜ਼ ਦਾ। ਹੁਣ ਇਹਦਾ ਡੈਰੀਵੇਟਿਵ ਕੱਢੋਗੇ ਤਾਂ ਪਾਵਰ ਅੱਗੇ ਆ ਗਈ 6, t ਦੀ ਪਾਵਰ ਪਿੱਛੇ ਕਿੰਨੀ ਰਹਿ ਜਾਏਗੀ, t ਦੀ ਪਾਵਰ 0 ਯਾਨੀ ਕਿ 1 ਹੋ ਗਿਆ, ਤੇ 6 ਦਾ ਡੈਰੀਵੇਟਿਵ ਕਿੰਨਾ ਹੁੰਦਾ 0। ਆਹ ਆ ਗਿਆ ਆਨਸਰ ਤੁਹਾਡਾ, ਕੀ ਆ ਗਿਆ 6। ਹੁਣ ਜਿਹੜਾ ਆਨਸਰ ਆ ਗਿਆ, ਜੇਕਰ ਇੱਥੇ t2 ਜਾਂ ਪਿਆ ਵੀ ਹੁੰਦਾ ਤਾਂ ਆਪਾਂ 1 ਸੈਕਿੰਡ ਇੱਥੇ ਭਰਨਾ ਸੀਗਾ। ਜਦੋਂ ਤੁਸੀਂ t ਦੀ ਵੈਲਿਊ 1 ਸੈਕਿੰਡ ਇੱਥੇ ਭਰੋਗੇ, ਜੇਕਰ ਆਨਸਰ ਡਬਲ ਡੈਰੀਵੇਟਿਵ ਦਾ ਪੋਜ਼ਿਟਿਵ ਆ ਜਾਏ, ਜੇਕਰ ਡਬਲ ਡੈਰੀਵੇਟਿਵ ਦਾ ਆਨਸਰ ਪੋਜ਼ਿਟਿਵ ਆ ਜਾਏ, ਇਹਨਾਂ ਮਤਲਬ ਪੱਕੀ ਗੱਲ ਹੈ ਕਿ ਇਸ ਟਾਈਮ ਤੇ ਇਹਨੇ ਆਹ ਹੋ ਜਾਣਾ, ਯਾਨੀ ਕਿ ਇਸ ਟਾਈਮ ਜੇਕਰ ਡਬਲ ਡੈਰੀਵੇਟਿਵ ਪੋਜ਼ਿਟਿਵ ਆ ਜਾਵੇ, ਜੇ ਨੈਗੇਟਿਵ ਆ ਜਾਏ ਤਾਂ ਮੈਕਸਿਮਮ, ਜੇ ਪੋਜ਼ਿਟਿਵ ਆ ਜਾਵੇ ਤਾਂ ਇਸ ਟਾਈਮ ਤੇ ਇਹਨੇ ਮਿਨੀਮਮ ਹੋ ਜਾਣਾ। ਹੁਣ ਮਿਨੀਮਮ ਕਿੰਨਾ ਹੋਏਗਾ ਬੇਟੇ, ਉਹ ਵੀ ਕੱਢ ਲਓ। ਆਈ ਮਿਨੀਮਮ ਕਿੰਨਾ ਆਏਗਾ ਫਿਰ, ਯਾਨੀ ਕਿ 1 ਸੈਕਿੰਡ ਤੇ ਇਹਦੀ ਮਿਨੀਮਮ ਵੈਲਿਊ ਆਏਗੀ ਕਿੰਨੀ 3 ਮਾਈਨਸ 6 ਪਲੱਸ ਦਾ ਕਿੰਨਾ 2,
कितना आ गया है माइनस का 1 यानी कि एम्पीयर। नेगेटिव साइन समझ दो की है, नेगेटिव साइन का मतलब है कि डायरेक्शन पहला नालों उल्टी। इस केस नालों जिवें आपां 2 सेकंड का जिहड़ा करंट कटिया सी उहदे नालों उल्टा चलदा पिया है, ठीक है, कोई डजन मैटर। बट ये सीगे बेटे आवले न्यूमेरिकल्स। हुण आपां की सीख लिया, इहदे च आपां नूं चार्ज दिता सी ते आपां करंट कढना सीख लिया। हुण उल्टा एक न्यूमेरिकल करांगे फिर कहानी खत्म बेटे। सो उल्टा की करांगे, तुहाडे कोल स्टेटमेंट हैगी लास्ट न्यूमेरिकल ये वाला कि आई तुहानूं दिता होया 2t+3, ठीक है, टाइम के नाल नाल करंट बदल रहा है, सो नॉन स्टैडी हो गया। एंड आपां की करना है कि 0 तो लैके 3 सेकंड दे विच कितना चार्ज फ्लो कर देगा, क्यों करना है, उल्टा क्वेश्चन है। यानी कि क्योंकि नॉन स्टैडी फ्लो है तो आई का फॉर्मूला तो बेटे आ ही लगू, होर तो कोई लग ही नहीं सकता। इथों सानू ये पता लगता है कि dq किहदे बराबर है, आई dt दे, यही होगा ना। हुण जे आपां dq तो q बनाउणा होवे, जिद्दां ग्राफ होवे तां आपां एरिया कढ दिंदे सी। इत्थे की करोगे, dq तो q किवें बनाईदा, हुण बड़ी प्रैक्टिस कीती हुई आपां इंटैगरल ले लांगे। इंटैगरल लवांगे, dq का इंटैगरल q हो जाएगा, इधर आई dt का इंटैगरल फ्रॉम कित्थों लैके कित्थों तक 0 तो 3 तक कढ देने, टोटल चार्ज आ जाएगा। ਹੁਣ इंटैगरल तो आता ही ना, इंटीग्रेशन का आप लैक्चर भी लाया हुआ है। आई दे लिया के वैल्यू भर दो बेटे, कितनी है, प्रैक्टिस पुत तुहानूं करनी पेगी, ठीक है। जिन्नी प्रैक्टिस करोगे, पंजाबी च आपां कहंदे ने जिन्ना गुड़ पाइए उन्ना मिठा हुंदा, बस गुड़ जिहड़ी तुहाडी प्रैक्टिस यही तुहाडा गुड़ है। बस जिन्ना ज़्यादा प्रैक्टिस करोगे उन्ने नज़ारे लुटोगे, ठीक है। मैं तुहानूं आपदी गल दस्सां, मैं आम तौर पर बच्चों ने गल कहना हुंदा कि जदों नाल आपां भी करी चलीए ना, ये सौखा है वैसे कि ਜਦੋਂ मैं +2 ਕਲਾਸ ਦੇ ਵਿੱਚ ਸੀ ਨਾ, ਤਾਂ ਅਸੀਂ ਜਿਹੜੇ ਸਾਡੇ ਮੈਥ ਦੇ ਟੀਚਰ ਸੀ ਉਹ ਇੰਨੇ ਵਧੀਆ ਸੀਗੇ ਕਿ ਸਾਨੂੰ ਇੰਨਾ ਜ਼ਿਆਦਾ ਸ਼ੌਂਕ ਪੈ ਗਿਆ ਸੀ ਪੜ੍ਹਨ ਦਾ ਕਿ ਅਸੀਂ ਰਾਤ ਨੂੰ 3-3 ਵਜੇ, ਮਤਲਬ ਰਾਤ ਕਹਿ ਲਓ ਦਿਨ ਕਹਿ ਲਓ, 3 ਵਜੇ ਸੌਣਾ ਤੇ ਸਾਨੂੰ ਭੋਸੇ ਪੈ ਗਈ ਸੀ। ਆਪਣੀ ਕਾਪੀ ਤੇ ਅਸੀਂ ਟਾਈਮ ਲਿਖ ਕੇ ਸੌਂਦੇ ਹੁੰਦੇ ਸੀ ਵੀ ਅਸੀਂ 3 ਵਜੇ ਸੌ ਰਹੇ ਹਾਂ, ਅੱਜ ਅਸੀਂ 4 ਵਜੇ ਸੌ ਰਹੇ ਹਾਂ, ਅੱਜ ਅਸੀਂ 2 ਵਜੇ ਸੌ ਰਹੇ ਹਾਂ। ਮਤਲਬ ਸਾਨੂੰ ਇਹ ਹੁੰਦਾ ਸੀ ਕਿ ਅਸੀਂ ਨੰਬਰ ਆਫ ਡਾਊਟਸ ਘੱਟ ਤੋਂ ਘੱਟ ਲੈ ਕੇ ਜਾਣੇ ਨੇ, ਇੰਨੀ ਪ੍ਰੈਕਟਿਸ ਕਰਨੀ, ਇੰਨੀ ਪ੍ਰੈਕਟਿਸ ਕਰਨੀ। सो जिन्नी ज़्यादा प्रैक्टिस करोगे उन्ना वधिया बेटे, उन्ना फायदा होंदा लाइफ से जाके अगे। चलो अब मैं की पावर 1 ਵਧਾਤੀ बेटे, स्केयर नीचे 2 लाता। ਇਹਦੇ ਨਾਲ ਜੇ ਤੁਹਾਨੂੰ याद ਹੋਵੇ ਇੱਥੇ ਆਪਾਂ t ਦੀ ਪਾवर ਕਿੰਨੀ ਲਿਖ ਸਕਦੇ ਹਾਂ, 0। ਤਾਂ ਪਾਵਰ 1 ਵਧਾਈ ਤਾਂ 1 ਹੋ ਗਈ, नीचे 1 आ गया, 0 ਤੋਂ ਲੈ ਕੇ 3 ਤੱਕ। 2 ਨਾਲ 2 ਕੱਟਿਆ ਗਿਆ, ਸੋ t ਸਕੁਅਰ ਪਲੱਸ 3t ਫਰੋਮ 0 ਤੋਂ ਲੈ ਕੇ 3 ਤੱਕ। ਪਹਿਲਾਂ ਕਿਹੜੀ ਲਿਮਿਟ ਭਰੀ ਦਿੰਦੀ ਹੈ, ਅਪਰ। ਜਦੋਂ ਅਪਰ ਭਰੋਗੇ ਇਹਨੂੰ बेटे प्रैक्टिस कर लेना, उस ਲੈਕਚਰ ਨੂੰ ਦੇਖ ਲੈਣਾ ਜੇ ਦੇਖਣਾ ਹੋਵੇ ਤਾਂ, जे देखना ही कहना पऊगा, जिन्हें देखना उन्हें देख ही लिया होना। इत्थे 3 भरोगे तो कितना होगा, 9। इत्थे 3 भरोगे तो कितना आएगा, ये भी 9 माइनस, इत्थे जो 0 भरोगे आ भी 0, आ भी 0, सो ये 0 हो जाएगा। तो इन्होंने मतलब कितना आ गया 18 की, इत्थे जाओगा एक ही चीज़ है, चार्ज यानी कि आएगा कूलम। सो 18 कूलम चार्ज लग जाएगा। सो डन हो गया बेटे, न्यूमेरिकल्स आर ओवर। मैं पानी पी ला तो गर्मी बहुत है। अगला टॉपिक शुरू करांगे ड्रिफ्ट वेलोसिटी वाला, वेरी वेरी इंपॉर्टेंट, ठीक है, इनू इरेज भी कर देने। तो शुरू करांगे बेटा ड्रिफ्ट वेलोसिटी, वेरी इंपॉर्टेंट टॉपिक। एंड ड्रिफ्ट का मतलब पता की होंदा, खिंचा जाना, खिंचा जाना। सो अगेन तुसी बस ये ध्यान च रखना कि हुण जिवें वो द्रोणाचार्य ते अर्जुन वाली कहानी नहीं हैगी भी, वो द्रोणाचार्य अर्जुन नूं पुछदे आ भी तैनूं दरख्त ते की दिखदा पिया, तो वो कहंदा है कि मैनूं सिर्फ बर्ड की अख दिखती भी है ना। तो हुण तुहानूं सिर्फ ये होना चाहिए कि तुहाडी कंसनट्रेशन लैवल फुल होना चाहिए कि तुहानूं सिर्फ की दिखना चाहिए, ये टॉपिक ये तुहाडे लई बहुत इंपॉर्टेंट है बेटे। इस चैप्टर का बिल्डिंग ब्लॉक है, समझ लो। अगले बहुत सारे टॉपिक इहदे ते डिपेंड करते हैं, सो बहुत ध्यान नाल समझना, क्योंकि इहदे तो ही आपां अगे अगे तुरी जाना काम नूं। मान लो कि बेटे मेरे कोल एक कंडक्टर है, वधिया करांगे आपां एग्जांपलां दे नाल, बिल्कुल लाइफ दी एग्जांपलां नाल तोड़ांगे। तो यह एक कंडक्टर है, एंड पिछले लैक्चर च आपां देखिया सी कि कंडक्टर की अंदरली पिक्चर किदां दी हुंदी है, ठीक है। अज एक नवी पिक्चर दिमाग च तुहाडे बनाउणा कि मान लो कि भी यह एक कंडक्टर है, हुण कॉपर ही मान लो। हुण कॉपर जिहड़ा एटम हुंदा ना, कॉपर एटम दे विच जिहड़े फ्री इलैक्ट्रॉन्स ने इधर उधर घुंमदे हुंदे ने, एंड तुसीं पहली गल ये लिखनी है कि जिहड़े फ्री इलैक्ट्रॉन्स हुंदे ने वो इन्ने हुंदे ने पर मीटर क्यूब, ठीक है। हुण 1 मीटर क्यूब च जे पर मीटर क्यूब है ना, जिवें इहनूं सेंटीमीटर क्यूब च बदला तां एक जिवें इहनूं लिखां तां इह होऊगा 1 मीटर हुंदा 100 सेंटीमीटर, आ हो गया। जो तुम इसको कन्वर्ट करोगे -6 तो 29 6 कटे, बाकी कितना रह गया 23, इन्ने पर सेंटीमीटर क्यूब हो गया। इहदा मतलब यह है कि जे मैं तुहानूं दिखाउणा चाहां, वैसे तो तुसीं सारिआं ने देखिआ होया, जिवें आह है, मान लो ये लूडो का एक डाइस है, 1 सेंटीमीटर क्यूब कितना होंदा भी 1 सेंटीमीटर बाय 1 सेंटीमीटर बाय 1 सेंटीमीटर। इन्ने दे विच इन्ने इलैक्ट्रॉन्स फ्री घुंमदे हो सकते हैं।
ਇਹ ਆਰਡਰ ਆਫ ਮੈਗਨੀਟਿਊਡ ਦਾ ਮਤਲਬ ਹੈ ਕਿ ਅਪਰੋਕਸੀਮੇਟਲੀ, ਐ ਨਹੀਂ ਕਹਿਣਾ ਕਿ ਐਗਜ਼ੈਕਟਲੀ ਇੰਨੇ ਨੇ। ਜਿਵੇਂ ਆਪਣੇ ਯੂਨੀਵਰਸ ਵਿੱਚ ਨੰਬਰ ਆਫ ਸਟਾਰਸ ਕਿੰਨੇ ਨੇ 10⁻22 ਬੋਲਦੇ ਆ ਆਪਾਂ, ਉਹਦੇ ਤੋਂ ਵੀ 10 ਗੁਣਾ ਜ਼ਿਆਦਾ ਹੈ। ਕਿੰਨੇ ਵਿੱਚ? ਸਿਰਫ ਇੰਨੇ ਦੇ ਵਿੱਚ। ਸਮਝੋ। ਸੋ ਨੰਬਰ ਡੈਂਸਿਟੀ ਬਹੁਤ ਜ਼ਿਆਦਾ ਹੁੰਦੀ ਕੰਡਕਟਰਾਂ। ਅਗਲੀ ਗੱਲ ਸੁਣੋ, ਹੁਣ ਜਿਹੜੇ ਉਹ ਇਲੈਕਟ੍ਰੋਨਸ ਨੇ ਉਹ ਕਰਦੇ ਕੀ ਨੇ ਜੋ ਫ੍ਰੀ ਹੈ? ਤਾਂ ਆਪਾਂ ਵੀਡੀਓ 'ਚ ਕੱਲ੍ਹ ਦੇਖਿਆ ਸੀ, ਉਹ ਅਵਾਰਾ ਘੁੰਮਦੇ ਰਹਿੰਦੇ ਨੇ, ਕੋਈ ਇੱਧਰ ਕੋਈ ਇੱਧਰ ਕੋਈ ਇੱਧਰ, ਹੈ ਨਾ। ਮੈਂ ਮੰਨ ਲੈਣਾ ਕਿ ਜਿਹੜਾ ਮੈਂ ਸੈਂਪਲ ਲਿਆ ਉਹ n ਇਲੈਕਟ੍ਰੋਨਸ ਦਾ ਲਿਆ। ਕਿੰਨੇ? n ਇਲੈਕਟ੍ਰੋਨਸ ਦਾ ਸੈਂਪਲ ਲਿਆ। ਹੁਣ ਕਿਸੇ ਵੀ ਕੰਡਕਟਰ ਦੇ ਅੰਦਰ ਹੁੰਦਾ ਕੌਣ ਕੌਣ ਹੈ? ਮੈਂ ਬੋਲਾਂਗਾ ਕਿਸੇ ਵੀ ਕੰਡਕਟਰ ਦੇ ਅੰਦਰ ਕੌਣ ਨੇ? ਐਟਮਸ ਨੇ, ਮੰਨਦੇ ਹੋ? ਐਟਮਸ ਨੇ, ਉਹ ਟਾਈਟਲੀ ਪੈਕਡ ਨੇ ਇੱਕ ਦੂਜੇ ਦੇ ਨਾਲ। ਹੋਰ ਕੌਣ ਨੇ? ਆਇਨਸ ਨੇ। ਆਇਨਸ ਕਿਹਨਾਂ ਨੂੰ ਬੋਲਾਂਗੇ? ਜਿਨ੍ਹਾਂ ਨੇ ਆਪਦੇ ਇਲੈਕਟ੍ਰੋਨ ਛੱਡਦੇ ਹੋਏ ਨੇ, ਬੋਲ ਦੋ। ਤੀਜੇ ਨੰਬਰ ਤੇ ਕੀ ਹੋ ਸਕਦਾ? ਇੰਪਿਓਰਿਟੀਜ਼। ਤੇ ਚੌਥੇ ਨੰਬਰ ਤੇ ਕੌਣ ਹੋ ਸਕਦਾ? ਇਲੈਕਟ੍ਰੋਨਸ ਖੁਦ। ਹੁਣ ਜਿਹੜੇ ਇਹ ਜਿਵੇਂ ਜਿਹੜੇ ਐਟਮਸ ਨੇ ਇੱਕ ਦੂਜੇ ਨਾਲ ਟਾਈਟਲੀ ਪੈਕਡ ਨੇ, ਫ੍ਰੀ ਕੌਣ ਹੈ ਮੂਵ ਕਰਨ ਨੂੰ? ਇਲੈਕਟ੍ਰੋਨਸ। ਤਾਂ ਇਲੈਕਟ੍ਰੋਨਸ ਖਾਲੀ ਜਗ੍ਹਾ ਨੇ ਮੂਵ ਕਰ ਸਕਦੇ ਨੇ। ਜਿਵੇਂ ਕਿ ਤੁਸੀਂ ਇੱਕ ਇਮੈਜੀਨੇਸ਼ਨ ਕਰੋ ਕਿ ਮੰਨ ਲਓ ਕਿ ਮੇਰੇ ਕੋਲ ਆਹ ਇੱਕ ਟਰਾਂਸਪੇਰੈਂਟ ਟਿਊਬ ਹੈ, ਟਰਾਂਸਪੇਰੈਂਟ, ਐਂਡ ਉਸ ਟਰਾਂਸਪੇਰੈਂਟ ਇਮੈਜੀਨੇਸ਼ਨ ਕਰਨੀ ਨਾ, ਉਹਦੇ ਵਿੱਚ ਤੁਸੀਂ ਕੀ ਕਰੋਗੇ? ਗਲਾਸ ਮਾਰਬਲ ਭਰ ਦਿਓ ਚੰਗੀ ਤਰ੍ਹਾਂ, ਤੁੰਨ ਕੇ ਭਰਤੇ। ਹੁਣ ਜਦੋਂ ਤੁਸੀਂ ਗਲਾਸ ਮਾਰਬਲ ਚੰਗੀ ਤਰ੍ਹਾਂ ਭਰਤੇ ਨੇ, ਹੁਣ ਉਹਦੇ ਵਿੱਚ ਕੀ ਖਾਲੀ ਜਗ੍ਹਾ ਬਚੀ ਹੈ? ਜੇ ਆਪਾਂ ਗਲਾਸ ਮਾਰਬਲ ਭਰਤੀ ਹੈ ਤਾਂ ਪੱਕਾ ਹੋਏਗੀ ਖਾਲੀ ਜਗ੍ਹਾ ਤਾਂ, ਹੈ ਨਾ, ਕਿਉਂਕਿ ਵੋਇਡਸ ਨੇ, ਜੋ ਦੋ ਸਫੀਅਰ ਇੱਕ ਦੂਜੇ ਨਾਲ ਰਲਦੇ ਨੇ ਤਾਂ ਵਿਚਕਾਰ ਖਾਲੀ ਜਗ੍ਹਾ ਹੁੰਦੀ ਹੈ। ਹੁਣ ਤੁਸੀਂ ਇਮੈਜਿਨ ਕਰੋ ਕਿ ਉਹ ਜਿਹੜਾ ਗਲਾਸ ਟਿਊਬ ਹੈ ਉਹਦੇ ਅੰਦਰ ਮੈਂ ਮੱਛਰ ਛੱਡਦਾ। ਮੱਛਰ ਦਾ ਵੀ ਇੱਕ ਤੁਸੀਂ ਐਂ ਲਾ ਲਓ ਕਿ ਡਾਊਨ ਸਕੇਲਡ ਪਾਰਟੀਕਲ ਹੈ, ਛੋਟਾ ਜਿਹਾ ਅੰਦਰ ਘੁੰਮਣ ਲਈ ਛੱਡਦਾ। ਉਹ ਕੀ ਕਰਨਗੇ ਅੰਦਰ? ਉਹ ਵੋਇਡਸ ਵਿੱਚ ਇੱਧਰ ਉੱਧਰ ਉੱਡਦੇ ਫਿਰਨਗੇ, ਕਾਫੀ ਸਾਰੇ ਛੱਡਦੇ ਆਪਾਂ, ਹੈ ਨਾ। ਇਲੈਕਟ੍ਰੋਨਸ ਦਾ ਹਾਲਾਤ ਉੱਦਾਂ ਦੇ ਨੇ। ਮੇਰੀ ਗੱਲ ਨੂੰ ਸਮਝ ਗਏ? ਹੁਣ ਕਹਿੰਦੇ ਵੀ ਕਿਸੇ ਵੀ ਇੱਕ ਇਲੈਕਟ੍ਰੋਨ ਦੀ ਰੂਮ ਟੈਂਪਰੇਚਰ ਤੇ ਵੀ ਜਿਹੜੀ ਵੈਲੋਸਿਟੀ ਹੁੰਦੀ ਹੈ ਨਾ, ਐਵਰੇਜ, ਉਹ ਇੰਨੀ ਹੁੰਦੀ ਥਰਮਲ ਵੈਲੋਸਿਟੀ। ਇਹਨੂੰ ਵੀ ਨੋਟ ਕਰ ਲਓ ਬੇਟੇ, ਇੰਨੀ ਥਰਮਲ ਵੈਲੋਸਿਟੀ ਹੁੰਦੀ। ਥਰਮਲ ਸਮਝ ਲਓ, ਜਿਹੜੀ ਮਤਲਬ ਹੀਟ ਦੇ ਕਰਕੇ, ਯਾਨੀ ਕਿ ਇਲੈਕਟ੍ਰੋਨਸ ਭੱਜੇ ਹੀ ਫਿਰਦੇ ਨੇ ਕਮਰੇ ਦੇ ਅੰਦਰ, ਠੀਕ ਹੈ। ਲੇਕਿਨ ਨੈਟ ਮੋਸ਼ਨ ਕਿਸੇ ਪਾਸੇ ਨਹੀਂ ਹੁੰਦਾ। ਕਹਿੰਦੇ ਆ, ਹੁਣ ਧਿਆਨ ਨਾਲ ਸੁਣਨਾ ਇਹਨੂੰ, ਕਹਿੰਦੇ ਵੀ ਤੁਸੀਂ ਇਦਾਂ ਸਮਝ ਲਓ ਕਿ ਜਿਵੇਂ ਇਹ ਇਲੈਕਟ੍ਰੋਨ ਜਿਹੜਾ ਨਾ, ਇਹਦਾ ਮੋਸ਼ਨ ਬਿਲਕੁਲ ਉਵੇਂ ਦਾ ਜਿਵੇਂ ਇੱਕ ਸ਼ਰਾਬੀ ਦਾ ਹੋਵੇ, ਠੀਕ ਹੈ। ਸ਼ਰਾਬੀ ਇਦਾਂ ਦਾ ਕਿ ਜਿਹਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ। ਹੁਣ ਜੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਤਾਂ ਕੀ ਕਰੇਗਾ? ਉਹ ਟੱਕਰਾਂ ਹੀ ਖਾਂਦਾ ਰਹੇਗਾ, ਕਦੀ ਇੱਧਰ ਕਦੀ ਇੱਧਰ ਕਦੀ ਇੱਧਰ। ਕਿਸੇ ਵੀ ਇੱਕ ਇਲੈਕਟ੍ਰੋਨ ਦਾ ਜੇ ਆਪਾਂ ਕੁਝ ਟਾਈਮ ਬਾਅਦ ਆਪਾਂ ਨੈਟ ਮੋਸ਼ਨ ਦੇਖੀ ਤਾਂ ਕਿਸੇ ਪਾਸੇ ਵੀ ਨਹੀਂਗਾ। ਉਹ ਟੱਕਰ ਇੱਧਰ ਵਿਚਾਰਾ ਭੱਜਦਾ ਹੈ, ਭੱਜ ਕੇ ਇੱਧਰ ਵੱਜਦਾ ਹੈ, ਫਿਰ ਅਗਲੇ ਪਾਸੇ ਇੱਧਰ ਆ ਜਾਂਦਾ, ਫਿਰ ਇੱਧਰ ਜਾਂਦਾ, ਫਿਰ ਇੱਧਰ ਜਾਂਦਾ, ਐਂ ਵੱਜੀ ਜਾਂਦਾ। ਨੈਟ ਮੋਸ਼ਨ ਉਹਦਾ ਕਿਸੇ ਪਾਸੇ ਨਹੀਂ ਹੁੰਦਾ, ਹੈ ਨਾ। ਹੁਣ ਜਦੋਂ ਵੀ ਇੱਕ ਐਟਮ ਤੇ ਵੱਜਣ ਤੋਂ ਬਾਅਦ ਜਿੰਨੀ ਦੇਰ ਇਲੈਕਟ੍ਰੋਨ ਫ੍ਰੀ ਚੱਲ ਪਾਉਂਦਾ ਹੈ, ਜਿੰਨੀ ਦੇਰ ਲਈ, ਉਹਨੂੰ ਹੁੰਦਾ ਰਿਲੈਕਸੇਸ਼ਨ ਟਾਈਮ ਕਹਿੰਦੇ ਨੇ। ਯਾਨੀ ਕਿ ਦੋ ਕੋਲੀਜਨਸ ਦੇ ਵਿਚਕਾਰਲੇ ਟਾਈਮ ਨੂੰ ਅਸੀਂ ਕਿਹੜਾ ਟਾਈਮ ਬੋਲਦੇ ਹਾਂ? ਰਿਲੈਕਸੇਸ਼ਨ ਟਾਈਮ। ਨੋਟ ਕਰ ਲਓ, ਠੀਕ ਹੈ। ਵੈਸੇ ਮੈਂ ਡੈਫੀਨੇਸ਼ਨ ਨਾਲ ਤੁਹਾਨੂੰ ਦੇ ਹੀ ਜਾ ਰਿਹਾ ਹੋਊਗਾ। ਤਾਂ ਇਹਨੂੰ ਰਿਲੈਕਸੇਸ਼ਨ ਟਾਈਮ ਕਹਿੰਦੇ। ਜਿੰਨੀ ਦੇਰ, ਜਿੰਨਾ ਰਾਸਤਾ ਉਹ ਕਵਰ ਕਰ ਪਾਉਂਦਾ ਹੈ ਨਾ, ਇਹਨੂੰ ਫ੍ਰੀ ਪਾਥ ਕਹਿੰਦੇ ਨੇ। ਕੀ ਕਹਿੰਦੇ ਨੇ? ਫ੍ਰੀ ਪਾਥ। ਮਤਲਬ ਫ੍ਰੀ ਪਾਥ ਕੀ? ਬਿਟਵੀਨ ਟੂ ਸਕਸੈਸਿਵ ਕੋਲੀਜਨ ਜਿੰਨਾ ਉਹ ਚੱਲ ਪਾਉਂਦਾ ਉਹਨੂੰ, ਲੇਕਿਨ ਉਹ ਵਾਰ-ਵਾਰ ਟੱਕਰਾਂ ਖਾਈ ਜਾਂਦਾ, ਹੈ ਨਾ। ਤਾਂ ਹੁਣ ਇਹ ਸ਼ਰਾਬੀ ਨੇ ਸ਼ਰਾਬ ਬਹੁਤ ਪੀਤੀ ਹੋਈ ਹੈ, ਲੇਕਿਨ ਜੇ ਮੰਨ ਲਓ ਆਪਾਂ ਸਾਰਿਆਂ ਦੀ ਗੱਲ ਕਰੀਏ ਕਿ ਇਹਦੀ ਆ u1 ਵੈਲੋਸਿਟੀ ਹੈ, ਕਿਸੇ ਦੀ ਇੱਧਰ ਨੂੰ u2 ਹੈ, ਕਿਸੇ ਦੀ u3 ਹੈ, ਐਂਡ ਸੋ ਔਨ un, ਇਦਾਂ ਦੀਆਂ ਵੈਲੋਸਿਟੀਜ਼ ਨੇ, ਚੱਲਦੇ ਗਏ। ਐਵਰੇਜ ਜਿਹੜੀ ਥਰਮਲ ਵੈਲੋਸਿਟੀ ਹੈ ਸਾਰਿਆਂ ਦੀ ਨੈਟ, ਇਹਨੂੰ ਆਪਾਂ ਕੀ ਨਾਮ ਦੇਵਾਂਗੇ? ਇਹਨੂੰ ਆਪਾਂ ਐਵਰੇਜ ਥਰਮਲ ਵੈਲੋਸਿਟੀ ਕਹਾਂਗੇ। ਲੇਕਿਨ ਇਹ ਕਿੰਨੀ ਹੁੰਦੀ ਬੇਟੇ? ਇਹ 0 ਹੁੰਦੀ। ਪਰ ਧਿਆਨ ਰੱਖਿਓ, ਇੱਥੇ ਮੈਂ ਇੱਕ ਵੈਕਟਰ ਪਾਉਂਗਾ, ਯਾਨੀ ਕਿ ਨਲ ਵੈਕਟਰ, ਮਤਲਬ ਨੈਟ ਰਿਜ਼ਲਟੈਂਟ 0 ਹੁੰਦਾ ਜਦੋਂ ਆਪਾਂ ਵੈਕਟਰ ਫਾਰਮ ਦੀ ਗੱਲ ਕਰੀਏ। ਉਹ ਕਿਸੇ ਟਾਈਮ, ਇੰਸਟੈਂਟੇਨੀਅਸ ਟਾਈਮ ਤੇ ਤੁਸੀਂ ਵੇਖੋਗੇ ਜਦੋਂ ਦੋ ਕੋਲੀਜਨ ਵਿਚਕਾਰ ਉਹ ਕਾਫੀ ਤੇਜ਼ ਚੱਲਦਾ ਹੁੰਦਾ। ਇਹ ਤਾਂ ਓਵਰਆਲ ਪਿਕਚਰ ਹੈ, ਠੀਕ ਹੈ। ਪਹਿਲੀ ਗੱਲ ਤਾਂ ਇਹਨੂੰ ਨੰਬਰ 1 ਪਾ ਕੇ ਰੱਖ ਲਓ, ਨੋਟ ਕਰੀ ਚੱਲਿਓ ਨਾਲ ਕਾਪੀ ਤੇ, ਠੀਕ ਹੈ। ਸੋ ਇਹ ਕਦੋਂ ਹੈ? ਜਦੋਂ ਆਪਾਂ ਦਾ ਕੰਡਕਟਰ ਵੈਸੇ ਹੀ ਪਿਆ ਆਪਣੇ ਕੋਲ, ਕੋਈ ਵੀ ਕੰਡਕਟਰ ਤੁਹਾਡੇ ਕੋਲ ਪਿਆ, ਉਹਦੀ ਐਵਰੇਜ ਥਰਮਲ ਵੈਲੋਸਿਟੀ ਜਿਹੜੀ ਉਹ ਨੈਟ ਥਰਮਲ ਵੈਲੋਸਿਟੀ ਕਿੰਨੀ ਹੋਏਗੀ? 0। ਆ ਐਵਰੇਜ ਐਵੇਂ ਕੱਢੀ ਨਾ, ਸਾਰਿਆਂ ਨੂੰ ਜੋੜ ਕੇ ਵੱਡੇ ਚੱਲਣ ਦੀ ਗਿਣਤੀ, ਠੀਕ ਹੈ। ਹੁਣ ਅਗਲੀ ਗੱਲ, ਕਿਸੇ ਵੀ ਆਪਾਂ ਇਹਨੂੰ ਲਈਏ ਵੀ ਸ਼ਰਾਬੀ ਨੇ ਬਹੁਤ ਸ਼ਰਾਬ ਪੀਤੀ, ਜਾ ਕਿਸੇ ਪਾਸੇ ਨਹੀਂ ਰਿਹਾ, ਠੀਕ ਹੈ। ਤੁਸੀਂ ਕੀ ਕੀਤਾ ਕਿ ਇੱਕ ਵਾਰੀ ਸ਼ਰਾਬੀ ਨੂੰ ਕੀ ਹੋਇਆ? ਹੁਣ ਇਲੈਕਟ੍ਰੋਨ ਜਿਹੜੇ ਹੁੰਦੇ ਨਾ, ਇਲੈਕਟ੍ਰੋਨ ਜਿਹੜੇ ਨੇ ਉਹਨਾਂ ਨੂੰ ਇਹ ਆਪਦੇ ਵੱਲ ਖਿੱਚਦਾ ਹੁੰਦਾ ਹੈ ਨਾ, ਪੋਜ਼ਿਟਿਵ ਟਰਮੀਨਲ ਇੱਧਰ। ਤੇ ਇਹ ਉਵੇਂ ਹੀ ਹੈ, ਜੇ ਤੁਸੀਂ ਬੈਟਰੀ ਲਾਤੀ, ਜਿਵੇਂ ਬੈਟਰੀ ਲਾਓਗੇ ਤਾਂ ਇਸ ਇਲੈਕਟ੍ਰੋਨ ਨੂੰ ਇਹ ਵਾਲਾ ਪੋਜ਼ਿਟਿਵ ਚਾਰਜ ਕੀ ਕਰੇਗਾ? ਆਪਦੇ ਵੱਲ ਖਿੱਚਣ ਲੱਗ ਪਏਗਾ। ਇਹ ਉਵੇਂ ਹੀ ਹੈ ਜਿਵੇਂ ਸ਼ਰਾਬੀ ਨੂੰ ਉਹਦੀ ਘਰ ਵਾਲੀ ਦਾ ਫੋਨ ਆ ਜਾਵੇ। ਜੇ ਘਰ ਵਾਲੀ ਦਾ ਫੋਨ ਆ ਗਿਆ ਤਾਂ ਕੀ ਕਰੇਗਾ ਭਾਈ? ਉੱਠੇਗਾ। ਹੁਣ ਸ਼ਰਾਬ ਵੀ ਪੀਤੀ, ਟੱਕਰਾਂ ਵੀ ਖਾਏਗਾ ਤੇ ਨਾਲ ਅੱਗੇ ਵੀ ਚੱਲੇਗਾ, ਟੱਕਰਾਂ ਵੀ ਖਾਏਗਾ ਤੇ ਨਾਲ ਅੱਗੇ ਵੀ ਚੱਲੇਗਾ। ਇਹਦਾ ਮਤਲਬ ਹੈ ਕਿ ਅਲਟੀਮੇਟਲੀ ਉਹ ਇੱਧਰ ਡ੍ਰਿਫਟ ਹੋਣ ਲੱਗ ਪਏਗਾ। ਤਾਂ ਹੀ ਇਹਦਾ ਨਾਮ ਹੈ ਡ੍ਰਿਫਟ ਵੈਲੋਸਿਟੀ, ਇਸ ਪੂਰੇ ਟੌਪਿਕ ਦਾ ਨਾਮ, ਕਿ ਉਹ ਡ੍ਰਿਫਟ ਹੋਏਗਾ ਇੱਧਰ ਨੂੰ ਅਪਲਾਈਡ ਇਲੈਕਟ੍ਰਿਕ ਫੀਲਡ ਕਰਕੇ। ਬਟ ਸ਼ਰਾਬ ਪੀਤੀ ਹੋਈ ਹੈ, ਧਿਆਨ ਚ ਰੱਖਣਾ, ਠੀਕ ਹੈ। ਇਹਦਾ ਮਤਲਬ ਹੈ ਕਿ ਮੇਰੇ ਇਲੈਕਟ੍ਰੋਨ ਤੇ ਹੁਣ ਕਿੰਨੇ ਜਣੇ ਦਾ ਅਸਰ ਹੈ? 2 ਜਣਿਆਂ ਦਾ। ਕਿੰਨਾ
ਨੰਬਰ 1 ਤੇ ਹੁਣ ਤੁਸੀਂ ਇਹ ਰੱਖਿਓ ਜੀ ਸ਼ਰਾਬ ਦਾ ਤੇ ਘਰ ਵਾਲੀ ਦਾ, ਸ਼ਰਾਬ ਨਹੀਂ ਕਹਿਣਾ ਆਪਾਂ, ਕਹਿੰਦੇ ਨੰਬਰ 1 ਤੇ ਥਰਮਲ ਵੈਲੋਸਿਟੀ ਹੈ, ਨੰਬਰ 2 ਦੇਖੋ ਹੁਣ ਬੈਟਰੀ ਦਾ ਪੋਜ਼ਿਟਿਵ ਟਰਮੀਨਲ ਆ ਵਾਲਾ, ਇਹਨਾਂ ਦੋਵਾਂ ਦਾ ਅਸਰ ਹੈ। ਮਤਲਬ ਇੱਕ ਤਾਂ ਉਹ ਇੱਧਰ ਉੱਧਰ ਭੱਜਣਾ ਚਾਹੁੰਦਾ, ਦੂਜਾ ਇਹਨੂੰ ਖਿੱਚਣਾ ਚਾਹੁੰਦਾ। ਤਾਂ ਹੁਣ ਮੈਂ ਥੋੜਾ ਫਾਰਮਲ ਲੈਂਗੁਏਜ ਇਹਨੂੰ ਬੋਲਦਾ ਬੇਟੇ, ਬੈਟਰੀ ਨੇ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਲਾਇਆ V ਲਾਇਆ ਮੰਨ ਲਓ, ਠੀਕ ਹੈ, ਐਂਡ ਕੰਡਕਟਰ ਦੀ ਜਿਹੜੀ ਲੈਂਥ ਹੈ L ਹੈ, ਐਂਡ ਇਹਦੇ 'ਚ ਮੈਂ ਜਿਹੜਾ ਟੌਪਿਕ ਯੂਜ਼ ਕਰ ਰਿਹਾ ਹਾਂ ਉਹ ਆਹ ਵਾਲਾ, ਮੈਨੂੰ ਇਹ ਲੈਕਚਰ ਦਾ ਨੰਬਰ ਨਹੀਂ ਯਾਦ, ਲੇਕਿਨ ਆਹ ਵਾਲਾ ਟੌਪਿਕ ਤੁਹਾਨੂੰ ਆਉਣਾ ਚਾਹੀਦਾ ਇਹਦੇ ਲਈ। ਸਾਨੂੰ ਪਤਾ ਹੈ ਕਿ ਜਦੋਂ ਵੀ ਕਿਸੇ ਵੀ ਬੈਟਰੀ ਨੇ L ਕੰਡਕਟਰ ਦੇ ਵਿੱਚ ਆਪਾਂ ਲਾਇਆ ਤਾਂ ਇੱਕ ਇਲੈਕਟ੍ਰਿਕ ਫੀਲਡ ਸੈਟਅਪ ਹੋ ਜਾਂਦਾ ਫਰੋਮ ਪੋਜ਼ਿਟਿਵ ਟੂ ਨੈਗੇਟਿਵ, ਉਹ ਇੱਧਰ ਨੂੰ ਹੁੰਦਾ। ਐਂਡ ਵੀ ਨੋ ਕਿ E ਬਰਾਬਰ ਕਿੰਨੇ ਹੁੰਦਾ ਹੈ, ਉਹ ਹੁੰਦਾ V ਡਿਵਾਈਡਡ ਬਾਈ L, ਇਹਨੂੰ ਮੈਂ ਨੰਬਰ 2 ਪਾ ਦੇਣਾ, V ਪੋਟੈਂਸ਼ੀਅਲ ਡਿਫਰੈਂਸ ਡਿਵਾਈਡਡ ਬਾਈ ਲੈਂਥ, ਵੈਕਟਰ ਕੁਆਂਟੀਟੀ ਹੋਏਗੀ ਨਾ, ਇਹ ਇਹਦੀ ਡਾਇਰੈਕਸ਼ਨ ਆ ਹੋਊਗੀ। ਹੁਣ ਇਹ ਆਪਣੇ ਕੋਲ ਆ ਗਿਆ ਬੇਟੇ, ਤਾਂ ਮੈਂ ਗੱਲ ਨੂੰ ਅੱਗੇ ਤੋਰਦਾ, ਹੁਣ ਧਿਆਨ ਨਾਲ ਸਾਰੇ ਜਣੇ ਪ੍ਰੈਜ਼ੈਂਟ ਹੋ ਜਾਓ। ਕਿਸੇ ਵੀ ਇੱਕ ਇਲੈਕਟ੍ਰੋਨ ਦੀ ਜੇ ਮੈਂ ਗੱਲ ਕਰਾਂ, ਕਿਸੇ ਵੀ ਇੱਕ ਇਲੈਕਟ੍ਰੋਨ ਦੇ ਕੋਲ ਦੋ ਵੈਲੋਸਿਟੀਜ਼ ਹੋ ਗਈਆਂ ਬੇਟੇ, ਭਲਾ ਕਿਉਂ ਐ ਕਹਾਂਗੇ ਕਿ ਕੋਈ ਵੀ ਇਲੈਕਟ੍ਰੋਨ ਇੱਕ ਤਾਂ ਥਰਮਲ ਵੈਲੋਸਿਟੀ ਮੰਨ ਲਓ, ਜਿਵੇਂ ਕੋਈ ਵੀ ਇਹਨਾਂ 'ਚ ਹੋ ਸਕਦਾ, ਮੰਨ ਲਓ ਮੈਂ ਕਿਸੇ ਦੀ ਵੀ ਇੱਕ ਦੀ ਗੱਲ ਕਰਾਂ ਵੀ ਉਹਦੀ ਜਿਹੜੀ U ਹੈ ਉਹ ਤਾਂ ਮੰਨ ਲਓ ਕਿ ਇਧਰ ਨੂੰ ਹੈ ਥਰਮਲ ਵੈਲੋਸਿਟੀ, ਲੇਕਿਨ ਇੱਕ ਉਹਨੂੰ ਇਧਰ ਨੂੰ ਫੋਰਸ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ? ਕੌਣ ਲਾ ਰਿਹਾ ਫੋਰਸ? ਇਲੈਕਟ੍ਰਿਕ ਫੀਲਡ। ਹਮੇਸ਼ਾ ਇਲੈਕਟ੍ਰੋਨ ਜਿਹੜੇ ਨੇ ਉਹ ਹਮੇਸ਼ਾ ਕਿੱਧਰ ਚੱਲਣਗੇ? ਇਲੈਕਟ੍ਰਿਕ ਫੀਲਡ ਪੋਜ਼ਿਟਿਵ ਟੂ ਨੈਗੇਟਿਵ ਹੁੰਦਾ ਹੈ, ਲੇਕਿਨ ਇਲੈਕਟ੍ਰੋਨਸ ਕਿਉਂਕਿ ਪੋਜ਼ਿਟਿਵ ਟਰਮੀਨਲ ਵੱਲ ਖਿੱਚੇ ਜਾਣੇ, ਇਸ ਕਰਕੇ ਇਲੈਕਟ੍ਰੋਨਸ ਇਲੈਕਟ੍ਰਿਕ ਫੀਲਡ ਤੋਂ ਉਲਟੇ ਚੱਲਦੇ ਹੁੰਦੇ ਨੇ। ਠੀਕ ਹੈ, ਉਹਨੇ ਛੋਟੇ ਛੋਟੇ ਕੁਐਸਚਨ ਨੇ ਜਿਹੜੇ ਆਪਣੇ ਨਾਲ ਨਾਲ ਤਿਆਰ ਹੁੰਦੇ ਜਾਂਦੇ ਨੇ। ਤਾਂ ਮੈਂ ਕਹਾਂਗਾ ਈਚ ਇਲੈਕਟ੍ਰੋਨ ਵਿਲ ਐਕਸਪੀਰੀਅੰਸ ਫੋਰਸ। ਉਹ ਕਿੰਨੀ ਹੋਏਗੀ ਬੇਟੇ? ਉਹਦਾ ਨਾਮ ਰੱਖਦੇ ਨੇ F। ਐਂਡ ਤੁਹਾਨੂੰ ਯਾਦ ਹੈ ਕਿ F ਦਾ ਫਾਰਮੂਲਾ ਹੁੰਦਾ ਸੀ ਆਪਣੇ ਕੋਲ QE ਦੇ ਬਰਾਬਰ। ਸੈਕਿੰਡ ਯੂਨਿਟ ਬੇਟੇ, ਸੈਕਿੰਡ ਚੈਪਟਰ ਸੌਰੀ ਪਿਛਲੇ ਯੂਨਿਟ ਦਾ। Q ਤੁਹਾਡਾ ਕੌਣ ਹੈ? ਇਲੈਕਟ੍ਰੋਨ ਇੱਥੇ, ਤੇ E ਆ ਗਿਆ। ਲੇਕਿਨ ਹੁਣ ਅਗਲੀ ਗੱਲ, ਉਰੇ ਇੱਕ ਨੈਗੇਟਿਵ ਸਾਈਨ ਆਏਗਾ। ਕਿਉਂ? ਕਿਉਂਕਿ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਆਏ, ਫੋਰਸ ਇਧਰ ਨੂੰ ਲੱਗ ਰਹੀ, ਆਪੋਜ਼ਿਟ ਨੇ ਤਾਂ ਨੈਗੇਟਿਵ ਸਾਈਨ ਤਾਂ ਪਾਤਾ। ਓਕੇ, ਨਾਓ ਸਾਨੂੰ ਪਤਾ ਹੈ ਕਿ ਜਿਹੜੀ ਫੋਰਸ ਹੈ ਉਹ ਬਰਾਬਰ ਹੁੰਦੀ ਹੈ ma ਦੇ, where m is mass, a is acceleration। ਇਹ ਕਿੱਥੋਂ ਆਇਆ? ਬਾਏ, ਲਿਖਿਆ ਕਰੋ ਨਾਲ ਨਿਊਟਨ ਸੈਕਿੰਡ ਲਾਅ ਆਫ ਮੋਸ਼ਨ। ਠੀਕ ਹੈ, ਤਾਂ ਇੱਥੋਂ a ਕਿੰਨੇ ਬਰਾਬਰ ਆ ਗਿਆ? a ਬਰਾਬਰ ਆ ਗਿਆ F ਬਾਏ m, ਤੇ F ਦੀ ਵੈਲਿਊ ਲੈ ਕੇ ਭਰ ਦੋ ਕਿੰਨੀ? ਮਾਈਨਸ ਦਾ E ਬਾਏ ਕਿੰਨਾ? m। ਮੈਂ ਬੇਟੇ F ਦੀ ਵੈਲਿਊ ਭਰਤੀ ਹੈ ਵਾਲੀ। ਠੀਕ ਹੈ, ਸੋ ਇਹ ਤੁਹਾਡੀ ਇਕੁਏਸ਼ਨ ਨੰਬਰ 3 ਆ ਗਈ। ਹੁਣ ਧਿਆਨ ਨਾਲ ਸੁਣੋ, ਮਤਲਬ ਵੈਸੇ ਆਪਣੀ ਕਹਾਣੀ ਦਾ ਐਂਡ ਵਾਲੇ ਪਾਸੇ ਨੂੰ ਤੁਰ ਪਏ ਆਪਾਂ ਕਿ ਆ ਜਿਹੜੇ ਆਪਣੇ ਪ੍ਰੀਰਿਕੁਇਜ਼ਿਟ ਸੀ ਇਹਨੂੰ ਜਾਣਦੀ ਹੈ। ਕਹਾਣੀ ਇਦਾਂ ਤੁਰ ਪਈ ਹੋਈ ਹੈ ਕਿ ਹਰ ਇੱਕ ਇਲੈਕਟ੍ਰੋਨ ਕਹਿੰਦਾ ਕਿ ਭਾਈ ਸਾਹਿਬ ਦੇਖੋ ਕਿ ਇੱਕ ਤਾਂ ਮੇਰੇ ਤੇ ਯਾਰ ਪੱਕਾ ਐ ਨੂੰ ਮੈਨੂੰ ਕੋਈ ਖਿੱਚ ਰਿਹਾ ਹੀ ਰਿਹਾ, ਫੋਰਸ ਲੱਗ ਰਹੀ ਮੇਰੇ ਤੇ। ਇੱਕ ਕਹਿੰਦਾ ਜਿਹੜੀ ਇੱਕ ਮੇਰੇ ਕੋਲ ਵੈਲੋਸਿਟੀ ਹੈ ਥਰਮਲ। ਠੀਕ ਹੈ, ਅਸੀਂ ਕਿ ਠੀਕ ਹੈ ਜਨਾਬ, ਸੁਣੋ ਮੇਰੀ ਗੱਲ। ਆ ਮੰਨ ਲਓ ਕਿ ਆਹ ਉਹਦੀ ਜਿਹੜੀ ਹੈ ਥਰਮਲ ਵੈਲੋਸਿਟੀ ਹੈ U। ਇਹਦਾ ਮਤਲਬ ਹੈ ਕਿਸੇ ਵੀ ਇਲੈਕਟ੍ਰੋਨ ਕੋਲ ਪਹਿਲੀ ਗੱਲ ਤਾਂ ਕਿੰਨੀਆਂ ਵੈਲੋਸਿਟੀਜ਼ ਹੋ ਗਈਆਂ? ਇੱਕ ਤਾਂ ਇਸ ਫੋਰਸ ਦੇ ਕਰਕੇ ਵੈਲੋਸਿਟੀ ਮਿਲਣੀ ਉਹਨੂੰ, ਇਸ ਫੋਰਸ ਕਰਕੇ ਉਹ ਕੀ ਕਰੇਗਾ? ਐਕਸਲਰੇਟ ਦਾ ਮਤਲਬ ਉਹਨਾਂ ਦੀ ਵੈਲੋਸਿਟੀ ਵਧੇਗੀ, ਪਰ ਵੈਲੋਸਿਟੀ ਹੈਗੀ ਹੈ। ਇੱਕ ਤਾਂ ਹਰ ਟਾਈਮ ਇਧਰ ਨੂੰ ਵੈਲੋਸਿਟੀ ਮਿਲਦੀ ਪਈ ਉਹਨੂੰ। ਠੀਕ ਹੈ, ਕਿਹਦੇ ਕਰਕੇ ਮਿਲਦੀ ਪਈ ਹੈ? ਇਸ ਫੋਰਸ ਕਰਕੇ। ਦੂਜੀ ਕਿਹੜੀ ਵੈਲੋਸਿਟੀ ਹੈ? ਜਿਹੜੀ ਉਹਨੂੰ ਆਹ ਥਰਮਲ ਵੈਲੋਸਿਟੀ ਹੈ। ਠੀਕ ਹੈ, ਮਤਲਬ ਇੱਕ ਸ਼ਰਾਬ ਵਾਲਾ ਇਫੈਕਟ ਹੈ, ਇੱਕ ਘਰ ਵਾਲੀ ਵਾਲਾ ਇਫੈਕਟ ਹੈ, ਇਹ ਦੋਨੋਂ ਨਾਲ ਨੇ। ਇਹਦੇ ਕਰਕੇ ਜਿਹੜਾ ਸਾਡਾ ਸ਼ਰਾਬੀ ਹੈ, ਯਾਨੀ ਕਿ ਜਿਹੜਾ ਸਾਡਾ ਇਲੈਕਟ੍ਰੋਨ ਹੈ, ਉਹਦਾ ਪਾਥ ਕਿਵੇਂ ਦਾ ਹੋਏਗਾ? ਬੜਾ ਇੰਪੋਰਟੈਂਟ ਕੁਐਸਚਨ ਹੈ, ਕੰਪੀਟੀਸ਼ਨ 'ਚ ਆਮ ਪੁੱਛ ਲਿਆ ਜਾਂਦਾ, ਕਿਵੇਂ ਦਾ ਪਾਥ ਹੋਊਗਾ? ਹੁਣ ਕੁਆਇਟ ਓਬਵੀਅਸ ਹੈ ਕਿ ਵੀ ਜੇਕਰ ਦੋ ਜਣੇ ਲੱਗਦੇ ਹੋਣ ਤਾਂ ਉਹ ਰਿਜ਼ਲਟੈਂਟ ਤੇ ਜਾਏਗਾ ਨਾ। ਮੰਨ ਲਓ ਕਿ ਜਿਵੇਂ ਮੈਂ ਇਹਨਾਂ ਦੇ ਰਿਜ਼ਲਟੈਂਟ ਦੀ ਗੱਲ ਕਰਾਂ ਉਹ ਐ ਨੂੰ ਹੋਏਗਾ, ਲੇਕਿਨ ਹੁਣ ਇੱਕ ਗੱਲ ਪੱਕੀ ਕਿ ਹਰ ਇਨਸਟੈਂਟ ਤੇ ਇਹਨੇ ਵੀ ਲੱਗੀ ਜਾਣਾ ਤੇ ਇਹਨੇ ਵੀ ਲੱਗੀ ਜਾਣਾ, ਜਿਹਦੇ ਕਰਕੇ ਜਿਵੇਂ ਪਾਥ ਕਿਵੇਂ ਦਾ ਮੰਨ ਲਓ ਕਿ ਜਿਵੇਂ ਆਹ ਹੈ, ਹੁਣ ਇਹਦੇ ਤੇ ਕੋਈ ਜਣਾ ਇੱਧਰ ਖਿੱਚਦਾ ਹੋਵੇ, ਨਾਲ ਕੋਈ ਜਣਾ ਇੱਧਰ ਵੀ ਖਿੱਚੀ ਚੱਲੇ, ਐਂਡ ਜਿਹੜੀ ਅਮਾਊਂਟ ਜੇ ਹਰ ਇਨਸਟੈਂਟ ਤੇ ਲੱਗੇਗੀ ਤੇ ਇਹਦਾ ਪਾਥ ਪਤਾ ਕਿਵੇਂ ਦਾ ਬਣੇਗਾ? ਕਰਵਡ ਇਨ ਜਨਰਲ। ਤਾਂ ਅਸੀਂ ਇਹ ਬੋਲਣਾ ਕਰਨਾ ਹੈ ਕਿ ਜਿੰਨੇ ਵੀ ਇਲੈਕਟ੍ਰੋਨ ਇਹਦੇ ਅੰਦਰ ਚੱਲਦੇ ਪਏ ਨੇ, ਜਦੋਂ ਬਾਹਰੋਂ ਬੈਟਰੀ ਲਾ ਰਹੀ ਹੈ, ਇਹ ਲਿਖ ਲਓ, ਵੈਸੇ ਸੁਣ ਲਓ ਧਿਆਨ ਨਾਲ ਗੱਲ ਇਹ ਕਿ ਜਦੋਂ ਵੀ ਬਾਹਰੋਂ ਬੈਟਰੀ ਲਾਓਗੇ ਤਾਂ ਜਿਹੜਾ ਪਾਥ ਹੈ ਇਲੈਕਟ੍ਰੋਨ ਦਾ ਉਹ ਕਿਵੇਂ ਦਾ ਹੁੰਦਾ ਹੈ? ਕਰਵਡ, ਬਿਕੋਜ਼ ਆਫ ਥੀਸ ਟੂ ਇਫੈਕਟਸ, ਦਿਸ ਵਨ ਐਂਡ ਦਿਸ ਵਨ। ਠੀਕ ਹੈ, ਨਾਓ ਲੈਟ ਆਪਾਂ ਕਹਿ ਦਿੰਦੇ ਹਾਂ ਕਿ τ1 τ2, ਇਹ ਟਾਊ ਹੁੰਦਾ ਬੇਟੇ, τ1 τ2 τ3 so on, τ2 τn are relaxation times of n electrons। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਪਹਿਲਾ ਇਲੈਕਟ੍ਰੋਨ ਹੈ, ਮੰਨ ਲਓ ਕਿ ਜਿਹੜੇ ਪਹਿਲੇ ਇਲੈਕਟ੍ਰੋਨ ਦੀ ਗੱਲ ਕਰਾਂ, ਇਹਦੇ ਕੋਲ ਵੈਲੋਸਿਟੀਜ਼ ਨੇ। ਹੁਣ ਕਿੰਨੀ ਵੈਲੋਸਿਟੀ ਨੈਟ ਹੋਏਗੀ? ਹੁਣ ਦੋ ਵੈਲੋਸਿਟੀਜ਼ ਨੇ ਕਹਿੰਦਾ ਯਾਰ। ਹੁਣ ਆ ਇੱਥੇ ਬੇਟੇ ਤੁਹਾਨੂੰ ਸੁਣਨ ਧਿਆਨ ਨਾਲ ਲੋੜ ਪਏਗੀ, ਇੱਕ ਸੁੱਖ ਲਓਗੇ ਬਾਕੀ ਸਾਰੇ ਆ ਜਾਣੇ।
ਕਹਿੰਦਾ ਯਾਰ ਇੱਕ ਤਾਂ ਮੇਰੇ ਕੋਲ u1 ਨੇ ਥਰਮਲ ਵੈਲੋਸਿਟੀ, ਅਸੀਂ ਕਿ ਦੂਜੀ ਕਹਿੰਦਾ ਉਹ ਹੈਗੀ a ਟਾਈਮਸ ਟਾਊ 1। ਅਸੀਂ ਕਿ ਵੀ ਇਹ ਕਿੱਥੋਂ ਆਈ? ਕਹਿੰਦਾ ਦੇਖੋ ਯਾਰ ਇਹ ਤਾਂ ਮੇਰੀ ਥਰਮਲ ਵੈਲੋਸਿਟੀ v u + at ਦਾ ਫਾਰਮੂਲਾ ਨਹੀਂ ਹੁੰਦਾ, ਤੁਸੀਂ ਸਮਝ ਲਓ ਉਹੀ ਹੈ। ਕਿਸੇ ਵੀ ਇਲੈਕਟ੍ਰੋਨ ਦੇ ਕੋਲ ਇਹਨੂੰ ਐਵੇਂ ਵੀ ਸਮਝ ਸਕਦੇ ਆ ਇੱਕ ਤਰੀਕੇ ਦੀ ਉਹਦੀ ਇਨੀਸ਼ੀਅਲ ਵੈਲੋਸਿਟੀ ਜਿਹੜੀ ਉਹਨੂੰ ਪਹਿਲਾਂ ਮਿਲਣੀ ਹੈ, ਉਹਦੇ ਕੋਲ ਥਰਮਲ ਵੈਲੋਸਿਟੀ ਤਾਂ ਹਰ ਇਨਸਟੈਂਟ ਤੇ ਹੈਗੀ ਹੈ, ਪਲੱਸ ਉਹਦੀ ਐਕਸਲਰੇਸ਼ਨ ਫੀਲਡ ਕਰਕੇ ਕਿੰਨੀ ਹੋਣ ਲੱਗ ਪਈ a ਇਨਟੂ ਦਾ ਰਿਲੈਕਸੇਸ਼ਨ ਟਾਈਮ ਕਿੰਨਾ ਮੰਨ ਲਓ τ1 ਜਿੰਨੀ ਦੇਰ ਤੱਕ ਕੋਈ ਚੱਲੇਗਾ। ਤਾਂ ਇਹਨਾਂ ਮਤਲਬ ਪਹਿਲੇ ਇਲੈਕਟ੍ਰੋਨ ਦੀ ਇਹ ਬਣ ਗਈ। ਸਿਮਿਲਰਲੀ ਦੂਜੇ ਇਲੈਕਟ੍ਰੋਨ ਦੀ ਨੈਟ ਵੈਲੋਸਿਟੀ ਕਿੰਨੀ ਹੋਏਗੀ ਬੇਟੇ? ਉਹ ਹੋਏਗੀ u2 ਪਲੱਸ ਕਿੰਨਾ a τ2। ਫਿਰ ਤੀਜੇ ਦੀ ਕਿੰਨੀ ਹੋਏਗੀ? ਹੁਣ ਤਾਂ ਬਸ ਬੇਟੇ ਐਂਡ ਡੇ ਮੈਂ ਫਿਰ ਕਹਿ ਚੁੱਕਿਆ ਤੁਹਾਨੂੰ, ਜਿਹਨੂੰ ਸਮਝ ਆਉਣਾ ਸੀ ਉਹਨੂੰ ਆ ਚੁੱਕਿਆ ਹੁਣ ਤੱਕ, ਠੀਕ ਹੈ। ਪ੍ਰੈਕਟਿਸ ਲੈ ਕੇ ਕਰੋਗੇ ਨਾ, ਇਹ ਧਿਆਨ ਚ ਰੱਖਣਾ ਬਸ। vn ਕਿੰਨੇ ਬਰਾਬਰ ਹੋਊਗਾ? un ਪਲੱਸ ਕਿੰਨਾ a τn। ਸਾਰਿਆਂ ਦੀ ਵੈਲੋਸਿਟੀਜ਼ ਆ ਗਈਆਂ। ਹੁਣ ਇਹਨਾਂ ਸਾਰਿਆਂ ਦੇ ਕਰਕੇ ਜਿਹੜਾ ਇੱਕ ਤਾਰ ਦੇ ਵਿੱਚ ਕਰੰਟ ਸੈਟਅਪ ਹੋ ਜਾਂਦਾ ਹੈ, ਯਾਨੀ ਕਿ ਸਾਰੇ ਇਲੈਕਟ੍ਰੋਨਸ ਦੀ ਇੱਕ ਨੈਟ ਡ੍ਰਿਫਟ ਬਣ ਜਾਂਦੀ ਹੈ। ਉਹ ਜਿਹੜੀ ਡ੍ਰਿਫਟ ਵੈਲੋਸਿਟੀ ਹੈ ਉਹ ਪਤਾ ਕੀ ਹੁੰਦੀ ਹੈ? ਉਹਦੀ ਡੈਫੀਨੇਸ਼ਨ ਸੁਣ ਲਓ। ਡ੍ਰਿਫਟ ਵੈਲੋਸਿਟੀ ਹੁੰਦੀ ਹੈ ਐਵਰੇਜ ਵੈਲੋਸਿਟੀ, ਠੀਕ ਹੈ। ਐਵਰੇਜ ਵੈਲੋਸਿਟੀ ਕਿੰਨਾ ਦੀ? ਆ ਸਾਰੀਆਂ ਜਿਹੜੀਆਂ ਆਪਾਂ ਆ ਵੈਲੋਸਿਟੀਜ਼ ਕੱਢੀਆਂ ਇਹ ਰਿਜ਼ਲਟੈਂਟ ਵੈਲੋਸਿਟੀਜ਼, ਇਹਨਾਂ ਸਾਰਿਆਂ ਦੀ ਆਪਾਂ ਐਵਰੇਜ ਹੀ ਕੱਢ ਦਈਏ। ਐਵਰੇਜ ਕਿਵੇਂ ਕੱਢੀ ਦੀ? ਵੱਲ ਹੁੰਦਾ ਨਾ, ਸਭ ਨੂੰ ਜੋੜ ਦਿਓ ਤੇ ਡਿਵਾਈਡਡ ਬਾਈ ਕੀ ਕਰ ਦੋ ਬੇਟੇ? n। ਇਜ਼ ਦੈਟ ਓਕੇ? ਹੁਣ ਆਪਣੇ ਜੋੜਨ ਦਾ ਢੰਗ ਥੋੜਾ ਵਧੀਆ ਹੋਊਗਾ, ਆਪਾਂ ਇੱਕੋ ਜਿਹੇ ਟਰਮਸ ਨੂੰ ਜੋੜਾਂਗੇ। ਜਦੋਂ ਤੁਸੀਂ ਇਹਨਾਂ ਸਾਰਿਆਂ ਨੂੰ ਜੋੜੋਗੇ ਬੇਟੇ ਤਾਂ ਇੱਕ ਗੱਲ ਪੱਕੀ ਹੈ ਕਿ ਜਦੋਂ ਇਹਨਾਂ ਨੂੰ ਜੋੜੋਗੇ ਤੇ ਇੱਕ ਤਾਂ ਆ ਬਣਨਗੇ, ਆ u ਜੁੜ ਜਾਣਗੇ ਸਾਰੇ, u1 ਪਲੱਸ u2 ਪਲੱਸ u3 ਸੋ ਔਨ ਅਪ ਟੂ ਕਿੰਨਾ un। ਇਜ਼ ਦੈਟ ਓਕੇ? ਪਲੱਸ ਦੂਜਾ ਕੀ ਹੋਊਗਾ? ਜਦੋਂ ਇਹ ਜੁੜਨਗੇ ਸਾਰੇ ਜਣੇ, ਇਹਨਾਂ ਚ ਇੱਕ ਚੀਜ਼ ਕਾਮਨ ਆ ਜਾਣੀ ਸਭ ਕੋਲ, ਸਭ ਦੀ ਇੱਕ ਚੀਜ਼ ਤਾਂ ਸੇਮ ਹੈ ਨਾ, ਐਕਸਲਰੇਸ਼ਨ। ਕਿਉਂ? ਕਿਉਂਕਿ ਸਭ ਤੇ ਲੱਗਣ ਵਾਲੀ ਫੋਰਸ ਸੇਮ ਹੈ, ਸਾਰੇ ਇਲੈਕਟ੍ਰੋਨਾਂ ਦਾ ਮਾਸ ਸੇਮ ਹੁੰਦਾ ਹੈ, ਸੋ ਇਸ ਕਰਕੇ ਸਾਰਿਆਂ ਦੀ ਐਕਸਲਰੇਸ਼ਨ ਕੀ ਹੋਏਗੀ? ਸੇਮ। ਇਹਨਾਂ ਚੋਂ ਇੱਕ ਹੀ ਆ ਜਾਣਾ ਬੇਟੇ ਬਾਹਰ, ਅੰਦਰ ਕੀ ਬਚੇਗਾ? ਪਹਿਲੇ ਦਾ ਰਿਲੈਕਸੇਸ਼ਨ ਟਾਈਮ, ਦੂਜੇ ਦਾ, ਤੀਜੇ ਦਾ ਐਂਡ ਸੋ। ਕਿੰਨੇ ਨੇ ਬੇਟੇ ਆਪਣੇ ਕੋਲ? n ਡਿਵਾਈਡਡ ਬਾਈ ਕੀ ਆ ਗਿਆ? n, ਠੀਕ ਹੈ। ਹੁਣ ਜੇ ਮੈਂ ਬਟੇ ਅਲੱਗ-ਅਲੱਗ ਕਰਦਾ, ਸਾਡੇ ਕੋਲ ਦੋ ਟਰਮਸ ਆ ਗਈਆਂ, ਇੱਕ ਆ ਤੇ ਦੂਜੀ ਆ ਬੇਟੇ। ਜੇ ਮੈਂ ਬਟੇ ਅਲੱਗ-ਅਲੱਗ ਕਰਦਾ ਤਾਂ ਇੱਕ ਤਾਂ ਆ ਬਣ ਗਈ ਬੇਟਾ, ਜਿਹੜੀਆਂ ਹੁਣ ਇਹ ਦੋ ਟਰਮ ਮੈਂ ਬੜੇ ਅਲੱਗ-ਅਲੱਗ ਕਰਤੇ। ਜਿਹੜੀ ਆ ਟਰਮ ਹੈ ਨਾ, ਇਹ ਆਪਾਂ ਪਹਿਲਾਂ ਹੀ ਆਲਰੇਡੀ ਕੱਢ ਚੁੱਕੇ ਬੇਟੇ। ਇਹ ਕੀ ਬਣਾ? ਆਪੇ ਇਹ ਐਵਰੇਜ ਥਰਮਲ ਵੈਲੋਸਿਟੀ ਉਹ ਕਿੰਨੀ ਆਪਣੀ? 0। ਸੋ ਇਹਦਾ ਮਤਲਬ ਇਹ 0 ਹੈ ਸਾਰਾ, ਆ ਵਾਲੀ ਟਰਮ ਜਿਹੜੀ ਹੈ। ਜੇ ਇਹਨੂੰ 0 ਪੁੱਟ ਕਰ ਦਈਏ ਆਪਾਂ ਇਧਰਲੀ ਸਾਈਡ ਤੇ ਕਰ ਦਿੰਦੇ ਬੇਟੇ ਬਾਕੀ ਦਾ ਕੰਮ। ਸੋ ਜਿਹੜੀ ਸਾਡੀ ਡ੍ਰਿਫਟ ਵੈਲੋਸਿਟੀ ਉਹ ਕਿੰਨੀ ਬਰਾਬਰ, ਕਿਹਦੇ ਬਰਾਬਰ ਆ ਰਹੀ ਹੈ? ਜਦੋਂ ਆਪਾਂ ਇਹਨਾਂ ਸਾਰੇ ਦੀ ਐਵਰੇਜ ਕੱਢੀ, ਇੱਕ ਤਾਂ ਉਹਦੇ 'ਚ 0 ਆ ਰਹੀ, ਯਾਨੀ ਕਿ ਇਹਦਾ ਮਤਲਬ ਇਹ ਹੈ ਕਿ ਨੈਟ ਇਫੈਕਟ, ਜੇ ਆਪਾਂ ਸਾਰੇ ਸ਼ਰਾਬੀਆਂ ਦੀ ਗੱਲ ਕਰੀਏ ਤਾਂ ਨੈਟ ਜਿਹੜਾ ਸ਼ਰਾਬ ਵਾਲਾ ਇਫੈਕਟ ਉਹ ਤੋਂ ਖਤਮ ਹੋ ਚੁੱਕਿਆ, ਠੀਕ ਹੈ। ਨੈਟ ਸਾਰੇ ਜਣੇ ਆਪਦੇ ਆਪਦੇ ਘਰੋਂ ਘਰੀ ਜਾਣ ਲੱਗ ਪੈਂਦੇ, ਮਤਲਬ ਦੇਰ ਆਏ ਦਰੁਸਤ ਆਏ, ਲੋਕਾਂ ਨੇ ਆਪਦੇ ਘਰ ਵੱਲ ਨੂੰ ਤੋਰੀ ਪੈਣਾ, ਹਨਾ। ਤਾਂ ਹੁਣ ਆਹ ਤਾਂ 0 ਹੋ ਗਿਆ, ਇਹਨਾਂ ਚੋਂ ਇਹ ਕਾਮਨ ਆਇਆ ਹੋਇਆ ਹੈ। ਆ ਜਿਹੜੇ ਬਾਕੀ ਦੇ ਨੇ ਸਾਰੇ ਜਣੇ, ਉਹ ਧਿਆਨ ਨਾਲ ਰੱਖੋ ਕਿ ਇਹ ਰਿਲੈਕਸੇਸ਼ਨ ਟਾਈਮ ਨੇ, ਪਹਿਲੇ ਦਾ, ਦੂਜੇ ਦਾ, ਤੀਜੇ ਦਾ ਐਂਡ ਸੋ ਔਨ, ਬਟੇ ਚ n ਨੇ। ਇਹਨਾਂ ਤੋਂ ਕੀ ਹੋ ਗਿਆ? ਸਾਰਿਆਂ ਦੇ ਰਿਲੈਕਸੇਸ਼ਨ ਟਾਈਮ ਜੋੜ ਕੇ ਬਟੇ ਚ n ਕੀਤਾ, ਇਹਨੂੰ ਬੋਲੀ ਦਾ ਐਵਰੇਜ ਰਿਲੈਕਸੇਸ਼ਨ ਟਾਈਮ। ਸਮਝ ਆਈ ਗੱਲ ਦੀ? ਦਿਸ ਇਜ਼ ਐਵਰੇਜ ਰਿਲੈਕਸੇਸ਼ਨ ਟਾਈਮ। ਤਾਂ ਮੈਂ ਇਹਦਾ ਨਾਮ ਬੇਟੇ ਜੇ ਟੌ ਰੱਖਦਾ ਹਾਂ, ਤੁਸੀਂ ਯਾਦ ਰੱਖਣਾ ਕਿ ਇਹ ਕੌਣ ਹੈ? ਇਹ ਹੈਗਾ ਐਵਰੇਜ ਰਿਲੈਕਸੇਸ਼ਨ ਟਾਈਮ। ਅਸੀਂ ਪੇਪਰ 'ਚ ਪਤਾ ਕੀ ਗਲਤੀ ਨੋਟ ਕਰਦੇ ਹੁੰਦੇ ਜਵਾਕਾਂ ਦੀ? ਜਵਾਕਾਂ ਨੂੰ ਵੈਕਟਰ ਪਾਉਣ ਦਾ ਜ਼ਿਆਦਾ ਬਹੁਤ ਸ਼ੌਕ ਹੁੰਦਾ, ਜੇ ਹੁੰਦਾ ਹੀ ਨਹੀਂ। ਕਈ ਤਾਂ ਕਰਦੇ ਨੇ ਸਿੱਧਾ ਤੁਲ ਦਿੰਦੇ ਨੇ, ਪਹਿਲਾਂ ਸਾਰਾ ਲਿਖ ਲੈਂਦੇ, ਬਾਅਦ ਉੱਤੇ ਵੈਕਟਰ ਦੇ ਨਿਸ਼ਾਨ ਪਾਉਂਦੇ, ਫਿਰ ਇੱਥੇ ਵੀ ਪਾ ਜਾਂਦੇ ਨੇ ਟਾਈਮ ਤੇ ਵੀ। ਇਹ ਟਾਈਮ ਹੈ, ਉਹ ਟਾਈਮ ਤੇ ਵੀ ਪਾ ਜਾਂਦੇ ਨੇ, ਪਤਾ ਨਹੀਂ ਕਿਉਂ। ਟਾਈਮ ਤਾਂ ਸਕੇਲਰ ਕੁਆਂਟੀਟੀ ਹੈ, ਸੋ ਇਹ ਧਿਆਨ 'ਚ ਰੱਖਣਾ ਪੈਂਦਾ ਬਾਈ ਵੀ ਕਿਹਦੇ ਤੇ ਪਾਉਣਾ ਤੇ ਕਿਹਦੇ ਤੇ ਨਹੀਂ ਪਾਉਣਾ। ਇਹ ਗਲਤੀ ਹੁੰਦੀ ਹੈ ਆਮ ਤੌਰ ਤੇ। ਸੋ VD ਕਿਹਦੇ ਬਰਾਬਰ ਆ ਗਿਆ ਬੇਟੇ ਆਪਣੇ ਕੋਲ? A ਟਾਈਮਸ ਟੌ। A ਕੌਣ ਹੈ? ਇੱਥੇ ਆ ਜਾਓ ਬੈਕ। ਇਹ ਕਹਿੰਦਾ ਜੀ ਮੈਂ ਹੈਗਾ ਮਾਈਨਸ ਦਾ EE/m ਇੰਟੂ ਟੌ। ਕੀ ਸਿੱਖੇ? EE/m, EE/m ਇੰਟੂ ਕਿੰਨਾ? ਟੌ। ਕੀ ਸਿੱਖੇ? ਨੰਬਰ 1 ਤੇ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ ਸਮਝ ਆਉਣੀ ਚਾਹੀਦੀ ਕਿ ਆਹ ਪੋਜ਼ਿਟਿਵ ਹੈ, ਆਹ ਪੋਜ਼ਿਟਿਵ ਹੈ, ਆਹ ਪੋਜ਼ਿਟਿਵ ਹੈ। E ਦੀ ਡਾਇਰੈਕਸ਼ਨ ਹੁੰਦੀ ਹੈ ਇੱਧਰ ਨੂੰ ਤੇ ਡ੍ਰਿਫਟ ਕਿੱਧਰ ਨੂੰ ਹੈ? ਐ ਨੂੰ, ਇਸ ਕਰਕੇ ਨੈਗੇਟਿਵ ਸਾਈਨ ਆਇਆ, ਯਾਨੀ ਕਿ ਡ੍ਰਿਫਟ ਜਿਹੜੀ ਹੈ ਉਹ ਆਪੋਜ਼ਿਟ ਹੈ ਦੈਨ ਇਲੈਕਟ੍ਰਿਕ ਫੀਲਡ, ਹੈ ਨਾ। ਸੋ ਇੱਕ ਗੱਲ ਅਸੀਂ ਇਹ ਸਿੱਖਿਆ ਕਿ VD ਇਜ਼ ਐਂਟੀ ਪੈਰਲਲ ਟੂ E ਵੈਕਟਰ। ਵਧੀਆ ਗੱਲ ਹੈ, ਦੇਖੋ ਪਾਥ ਕਰਵਡ ਹੁੰਦਾ ਹੈ ਨਾ। ਹੋਰ ਕੀ ਆਪਾਂ ਸਿੱਖੇ ਕਿ ਇੱਕ ਦੂਜੇ ਦੇ ਐਂਟੀ ਪੈਰਲਲ ਨੇ। ਹੋਰ ਆਪਾਂ ਕੀ ਗੱਲਾਂ ਸਿੱਖੇ ਕਿ ਜਦੋਂ ਵੀ ਇਲੈਕਟ੍ਰੋਨ ਚੱਲਦਾ ਉਹਦੇ ਤੇ ਦੋ ਪ੍ਰਭਾਵ ਨੇ, ਕਾਹਦੇ ਇੱਕ ਥਰਮਲ ਵੈਲੋਸਿਟੀ ਦਾ, ਦੂਜਾ ਕਿਹਦਾ? ਇੱਕ ਵੈਲੋਸਿਟੀ ਡਿਊ ਟੂ, ਇਹਨੂੰ ਬੋਲੀਦਾ ਕਿ ਇਹ ਵਾਲਾ ਫੈਕਟਰ ਕਿੱਥੋਂ ਆਇਆ? ਮੈਂ ਲਿਖ ਵੀ ਦਿੰਦਾ ਤੁਹਾਨੂੰ ਇਹ, ਕਿ ਆਪਾਂ ਇਹਨੂੰ ਲਿਖ ਸਕਦੇ ਹਾਂ ਕਿ ਇਹ ਹੈਗਾ ਆਹ ਵਾਲੀ ਜਿਹੜੀ ਨਾ ਇਹ ਹੈਗੀ ਹੈ ਵੈਲੋਸਿਟੀ ਅਕਵਾਇਰਡ ਡਿਊ ਟੂ ਫੀਲਡ। ਇਹ ਫੀਲਡ ਕਰਕੇ ਆਇਆ ਹੋਇਆ, ਠੀਕ ਹੈ, ਜਿਹੜੀ ਉੱਥੇ ਫੋਰਸ ਲੱਗੀ।
ਆਹ ਵਾਲਾ ਫੈਕਟਰ, ਆਹ ਥਰਮਲ ਕਰਕੇ ਹੈ। ਤਾਂ ਸਾਰਿਆਂ ਕੋਲ ਇਹ ਹੈਗਾ, ਠੀਕ ਹੈ। ਚਲੋ ਹੋਰ ਕੀ ਗੱਲ ਸਕਦੇ ਹਾਂ, ਜੇ ਆਪਾਂ ਮੈਗਨੀਟਿਊਡ 'ਚ ਲਿਖਣਾ ਚਾਹੀਏ ਤਾਂ ਆਪਣਾ ਮੈਗਨੀਟਿਊਡ ਪਤਾ ਕਿਹਦੇ ਬਰਾਬਰ ਹੈ, VD ਇਜ਼ ਇਕੁਅਲ ਟੂ E/m ਇਨਟੂ ਟਾਊ, ਠੀਕ ਹੈ। ਆ ਗਿਆ ਅਗਲੀ ਗੱਲ ਜਿਹੜੀ ਆਪਾਂ ਨੂੰ ਯਾਦ ਹੋਣੀ ਚਾਹੀਦੀ, ਇਹਦਾ ਜਿਹੜਾ ਆਨਸਰ ਹੁੰਦਾ ਨਾ ਬੇਟੇ ਬੜਾ ਛੋਟਾ ਹੁੰਦਾ। ਅਪਰੋਕਸੀਮੇਟਲੀ ਜਦੋਂ ਤੁਸੀਂ ਨੂਮੈਰੀਕਲਾਂ 'ਚ ਦੇਖੋਗੇ 10⁻⁻4 ਤੋਂ ਲੈ ਕੇ 10⁻⁵ ਇੰਨੇ ਮੀਟਰ ਪਰ ਸੈਕਿੰਡ ਤੱਕ ਹੀ ਆਨਸਰ ਹੁੰਦਾ ਹੈ, ਠੀਕ ਹੈ। ਹੁਣ ਇੱਕ ਗੱਲ ਹੋਰ ਨੋਟ ਕਰ ਲਓ ਕਿ ਜਿਹੜੀ ਡ੍ਰਿਫਟ ਸਪੀਡ ਹੁੰਦੀ ਨਾ ਇਹ ਆਲਮੋਸਟ ਫਿਕਸ ਹੁੰਦੀ ਬੇਟੇ, ਆਲਮੋਸਟ ਫਿਕਸ, ਠੀਕ ਹੈ, ਮਤਲਬ ਕਾਂਸਟੈਂਟ ਰਹਿੰਦੀ ਹੈ। ਕਿਵੇਂ ਮਤਲਬ, ਇਹਦਾ ਮਤਲਬ ਇਹ ਹੈ ਕਿ ਹੁਣ ਇਹ ਕਾਂਸਟੈਂਟ ਕਿਵੇਂ ਰਹੇਗੀ, ਦੇਖੋ ਮੇਰੀ ਗੱਲ ਧਿਆਨ ਨਾਲ ਸੁਣੋ। ਜੇ ਤੁਸੀਂ ਬਾਹਰੋਂ ਫੀਲਡ ਵਧਾਓਗੇ ਹਨਾ, ਜਦੋਂ ਤੁਸੀਂ ਬਾਹਰੋਂ ਫੀਲਡ ਵਧਾਓਗੇ ਤਾਂ ਉਹਦੇ ਨਾਲ ਕੀ ਹੋਊਗਾ, ਇਹ ਉਹੀ ਹੈ ਵੀ ਹੁਣ ਜਿਵੇਂ ਘਰ ਵਾਲੀ 'ਚ ਸਖਤ ਵੀ ਹੋਏਗੀ ਨਾ, ਪਰ ਸ਼ਰਾਬੀ ਦੀ ਚਾਲ ਜਿਹੜੀ ਨੈਟ ਉਨੀ ਕੀ ਰਹਿਣੀ। ਕਿਉਂ, ਜਦੋਂ ਸਪੀਡ ਜਦੋਂ ਇਹਨੂੰ ਵਧਾਓਗੇ ਤਾਂ ਉਹ ਕੀ ਕਰੇਗਾ, ਭੱਜੇਗਾ, ਐਕਸਲਰੇਟ ਜ਼ਿਆਦਾ ਕਰੇਗਾ ਕਿ ਨਹੀਂ ਕਰੇਗਾ ਹਨਾ। ਜੇ ਫੀਲਡ ਵਧੇਗਾ ਤੇ ਐਕਸਲਰੇਟ ਜ਼ਿਆਦਾ ਕਰੇਗਾ, ਕੋਈ ਵੀ ਦੋ ਕੋਲੀਜਨਾਂ 'ਚ, ਲੇਕਿਨ ਕੀ ਹੋਏਗਾ ਉਹ ਜਦੋਂ ਭੱਜੇਗਾ ਤਾਂ ਉਹਦਾ ਰਿਲੈਕਸੇਸ਼ਨ ਟਾਈਮ ਕੀ ਕਰੇਗਾ, ਘਟ ਜਾਏਗਾ ਹਨਾ। ਜੇ ਆਹ ਵਾਲਾ ਫੈਕਟਰ ਵੱਡਾ ਹੋਏਗਾ ਐਕਸਲਰੇਸ਼ਨ ਵਾਲਾ ਟਾਈਮ, ਤਾਂ ਆਹ ਐਵਰੇਜ ਘਟਣੀ ਸ਼ੁਰੂ ਹੋ ਜਾਂਦੀ ਹੈ। ਅਰੇ ਯਾਰ ਰਿਲੈਕਸ ਕਿੱਥੇ ਕਰੇਗਾ, ਨਾਲ ਦੀ ਨਾਲ ਤਾਂ ਕੋਲਾਈਡ ਕਰ ਜਾਣਾ। ਕੰਡਕਟਰਾਂ 'ਚ ਸਿਚੁਏਸ਼ਨ ਹੀ ਇਦਾਂ ਦੀ ਹੈ ਕਿ ਜਦੋਂ ਚੱਲਣਾ ਨਾਲ ਉਹਨਾਂ ਨੇ ਕੋਲੀਜਨ ਕਰਦੇ ਜਾਣੇ ਆ। ਜੇ ਤੁਸੀਂ ਉਧਰੋਂ ਧੱਕਾ ਕਰੋਗੇ ਤਾਂ ਇਧਰੋਂ ਕੋਲੀਜਨ ਜਿਹੜੇ ਨੇ ਉਹ ਜਲਦੀ ਹੋਣ ਲੱਗ ਪੈਣਗੇ, ਸੋ ਉਹ ਘਟੇਗਾ। ਤਾਂ ਮੋਰ ਓਵਰ ਇਹ ਫਿਕਸ ਰਹਿੰਦਾ ਹੈ ਹਨਾ। ਇਹ ਬੜਾ ਸਿਰੇ ਦਾ ਕੁਐਸਚਨ ਹੈ ਵਾਲਾ, ਠੀਕ ਹੈ। ਇਹਨੂੰ ਚੰਗੀ ਤਰ੍ਹਾਂ ਯਾਦ ਰੱਖ ਲੈਣਾ। ਹੋਰ ਤੁਹਾਨੂੰ ਕੀ ਦੱਸ ਸਕਦਾ, ਪਾਥ ਦੀ ਗੱਲ ਆਪਣੀ ਹੋ ਗਈ, VD ਕਾਂਸਟੈਂਟ। ਹਾਂ ਇੱਕ ਗੱਲ ਹੋਰ, ਚਾਹੇ ਸਾਰੇ ਇਲੈਕਟ੍ਰੋਨਸ ਦੇ ਕੋਲ ਐਕਸਲਰੇਸ਼ਨ ਹੈਗੀ ਹੈ, ਐਕਸਲਰੇਸ਼ਨ, ਲੇਕਿਨ ਉਹੀ ਗੱਲ ਹੈ ਕਿਉਂਕਿ ਜਿਹੜਾ ਡ੍ਰਿਫਟ ਸਪੀਡ ਹੈ ਜਾਂ ਡ੍ਰਿਫਟ ਵੈਲੋਸਿਟੀ ਉਹ ਕਾਂਸਟੈਂਟ ਰਹਿ ਰਹੀ ਹੈ। ਇਹਨਾਂ ਤੋਂ ਜਿਹੜੀ ਨੈਟ ਐਕਸਲਰੇਸ਼ਨ ਹੈ ਪੂਰੇ ਕੇਸ ਦੇ ਵਿੱਚ, ਇਹ ਨੈਟ ਉਹ ਸਾਡੀ ਕਿੰਨੀ ਰਹਿੰਦੀ ਹੈ, ਆਲਮੋਸਟ ਜ਼ੀਰੋ ਬੇਟੇ। ਕਿਉਂ ਭਲਾ, ਕਿਉਂਕਿ ਸਾਰਿਆਂ ਦਾ ਜਦੋਂ ਵੈਲੋਸਿਟੀ ਕਾਂਸਟੈਂਟ ਹੋ ਜਾਏ ਆਲਮੋਸਟ, ਉਦੋਂ ਨੈਟ ਐਕਸਲਰੇਸ਼ਨ, ਨੈਟ ਮੈਨੇ ਸਾਰਿਆਂ ਦਾ ਕੰਬਾਈਨਡ ਮਿਲਾ ਕੇ, ਉਹ ਕਿੰਨੀ ਰਹਿੰਦੀ ਹੈ, ਜ਼ੀਰੋ ਰਹਿੰਦੀ ਹੈ। ਸੋ ਆਈ ਹੋਪ ਕਿ ਤੁਹਾਨੂੰ ਇਹ ਵਾਲਾ ਟੌਪਿਕ ਕਲੀਅਰ ਹੈ ਬੇਟਾ। ਇਹਦੀ ਸਕਰੀਨਸ਼ਾਟ ਲਓ ਜਲਦੀ, ਫਿਰ ਆਪਾਂ ਇੱਕ ਛੋਟਾ ਜਿਹਾ ਟੌਪਿਕ ਕਰਕੇ ਖਤਮ ਕਰੀਏ ਗੱਲ। ਐਂਡ ਤੁਹਾਨੂੰ ਇੱਕ ਕੁਐਸਚਨ ਦੇਣਾ ਕਰੋ, ਤੁਹਾਡੇ ਕੋਲ ਕੁਐਸਚਨ ਕੀ ਹੈ ਕਿ ਹੁਣ ਡ੍ਰਿਫਟ ਸਪੀਡ ਮੈਂ ਦੱਸਿਆ ਕਿ ਬਹੁਤ ਘੱਟ ਹੁੰਦੀ ਹੈ, ਉਹ ਦੇਖੋ ਇੰਨੀ, ਸਿਰਫ ਜਦੋਂ ਵੀ ਤੁਸੀਂ ਕਿਸੇ ਤਾਰ ਨੂੰ ਕਿਸੇ ਬੈਟਰੀ ਨਾਲ ਲਾਉਂਦੇ ਹੋ ਸਿਰਫ ਇੰਨੀ ਸਪੀਡ ਹੈ ਨਾ। 10⁻⁻, ਜੇ 5 ਮੀਟਰ ਪਰ ਸੈਕਿੰਡ ਵੀ ਲਾਈਏ ਤੇ ਜੇ ਤੁਸੀਂ ਇਹਨੂੰ ਉਵੇਂ ਲਾਓ ਨਾ ਤਾਂ ਇਹ ਬਣੂਗਾ 10⁻⁻2 ਮਿਲੀਮੀਟਰ ਪਰ ਸੈਕਿੰਡ, ਯਾਨੀ ਕਿ 1 ਮਿਲੀਮੀਟਰ ਦਾ ਵੀ 100ਵਾਂ ਹਿੱਸਾ। 1 ਮਿਲੀਮੀਟਰ ਕਿੰਨਾ ਹੁੰਦਾ, ਤੁਹਾਡੇ ਸੈਂਟੀਮੀਟਰ ਸਕੇਲ ਦਾ ਸਭ ਤੋਂ ਛੋਟੀ ਰੀਡਿੰਗ 1 ਸੈਂਟੀਮੀਟਰ 'ਚ 10 ਮਿਲੀਮੀਟਰ ਹੁੰਦੇ ਨੇ। ਇਹਨਾਂ ਮਤਲਬ 1 ਸੈਕਿੰਡ 'ਚ ਇਲੈਕਟ੍ਰੋਨ ਸਿਰਫ ਇੰਨਾ ਕੀ ਚੱਲ ਪਾਉਂਦੇ ਨੇ। ਜੇ ਇੰਨਾ ਕੀ ਚੱਲਦੇ ਨੇ ਤੇ ਫਿਰ ਜਦੋਂ ਮੰਨ ਲਓ ਕਿ ਮੈਂ ਇਹਨੂੰ ਬੰਦ ਕਰਕੇ ਇੱਦਾਂ ਚਲਾਉਣਾ, ਇਹ ਨਾਲ ਦੀ ਨਾਲ ਟਿਊਬ ਕਿਵੇਂ ਜਗ ਜਾਂਦੀ ਹੈ ਹਨਾ। ਜੇ ਇਲੈਕਟ੍ਰੋਨਸ ਇੰਨੀ ਸਲੋ ਚੱਲਦੇ ਨੇ ਤਾਂ ਫਿਰ ਟਿਊਬ ਨਾਲ ਦੀ ਨਾਲ ਕਿਵੇਂ ਜਗ ਜਾਂਦੀ ਹੈ। ਤੁਸੀਂ ਮੈਨੂੰ ਕੁਐਸਚਨ ਦਾ ਆਨਸਰ ਦੇਣਾ ਕਮੈਂਟ ਬਾਕਸ 'ਚ ਦਿਓ, ਜੇ ਦੇਖਦਾ ਕਿੰਨੇ ਜਣੇ ਦੇ ਪਾਉਂਦੇ ਹੋ, ਠੀਕ ਹੈ। ਸੋ ਚਲੋ ਟੌਪਿਕ ਕਿਹੜਾ ਰਹਿ ਗਿਆ, ਇਹ ਤੁਹਾਡੇ ਵਾਸਤੇ ਕੁਐਸਚਨ ਹੈ ਬੇਟੇ। ਇੱਕ ਤਾਂ ਵੇਖੋ ਆਪਾਂ ਨੂੰ ਇਹ ਯਾਦ ਹੋਣਾ ਚਾਹੀਦਾ ਟੌਪਿਕ ਕੀ ਹੈ ਕਿ ਮੋਬਿਲਿਟੀ ਕੀ ਹੈ। ਤਾਂ ਡ੍ਰਿਫਟ ਵੈਲੋਸਿਟੀ ਤੋਂ ਬਾਅਦ ਅਗਲਾ ਟੌਪਿਕ ਜਿਹੜਾ ਆਪਾਂ ਨਾਲ ਜੋੜ ਸਕਦੇ ਸੀ ਉਹ ਹੈ ਮੋਬਿਲਿਟੀ। ਡ੍ਰਿਫਟ ਸਪੀਡ ਪਰ ਯੂਨਿਟ ਅਪਲਾਈਡ ਇਲੈਕਟ੍ਰਿਕ ਫੀਲਡ। ਇਲੈਕਟ੍ਰਿਕ ਫੀਲਡ ਹੋਣੇ ਕਿੰਨੀ ਕੁ ਇੰਪੋਰਟੈਂਟ ਹੈ ਬੇਟੇ, ਇੰਨੀ ਕੁ ਇੰਪੋਰਟੈਂਟ ਹੈਗੀ ਹੈ ਕਿ ਅਗਲੇ 2-3 ਟੌਪਿਕਸ 'ਚ ਵੀ ਇਹਨੂੰ ਆਪਾਂ ਯੂਜ਼ ਕਰਨਾ। ਐਂਡ ਫਿਜ਼ਿਕਸ ਦਾ ਸਭ ਤੋਂ ਲਾਸਟ ਯੂਨਿਟ ਉੱਥੇ ਜਾ ਕੇ ਫਿਰ ਇਹਨੇ ਆ ਜਾਣਾ। ਸੋ ਬੜਾ ਸਿੰਪਲ ਜਿਹਾ ਕੰਸੈਪਟ ਹੈ। ਤਾਂ ਕੀ ਫਾਰਮੂਲਾ, ਇਹਨੂੰ ਮਿਊ ਨਾਲ ਡਿਨੋਟ ਕਰੀਦਾ ਹੈ ਕਿ ਉਹਦਾ ਡ੍ਰਿਫਟ ਸਪੀਡ ਪਰ ਯੂਨਿਟ ਅਪਲਾਈਡ ਇਲੈਕਟ੍ਰਿਕ ਫੀਲਡ ਦਾ ਸਿੰਪਲ ਜਿਹਾ ਫਾਰਮੂਲਾ ਇਹਦਾ। VD ਦਾ ਮੈਗਨੀਟਿਊਡ ਕਿੰਨਾ ਪਰੋ ਲਿਆ ਕੇ, VD ਦਾ ਮੈਗਨੀਟਿਊਡ ਕਿੰਨਾ E/m ਇਨਟੂ ਕਿੰਨਾ ਟਾਓ, ਤੇ ਨੀਚੇ ਕੀ ਹੈ E, ਤੇ E ਨਾਲ E ਬੇਟੇ ਕੱਟਿਆ ਗਿਆ। ਇਹਨਾਂ ਤੋਂ ਜਿਹੜਾ ਮੋਬਿਲਿਟੀ ਉਹ ਕਿਹਦੇ ਬਰਾਬਰ ਹੁੰਦੀ ਹੈ, E ਟਾਓ ਬਾਈ ਕਿੰਨਾ m। ਕਿਸੇ ਵੀ ਗਿਵਨ ਕੰਡਕਟਰ ਵਾਸਤੇ ਆ ਚੀਜ਼ਾਂ ਫਿਕਸ ਨੇ ਬੇਟੇ ਹਨਾ। ਤਾਂ ਮੈਂ ਇਲੈਕਟ੍ਰਿਕ ਫੀਲਡ ਤੇ ਡਿਪੈਂਡ ਨਹੀਂ ਕਰਦੀ, ਇਹ ਵੀ ਗੱਲ ਯਾਦ ਰੱਖੋ ਕਿ ਵੈਸੇ ਫਾਰਮੂਲੇ 'ਚ ਇੱਥੇ ਆਉਂਦਾ ਹੈ, ਲੇਕਿਨ ਕਿਉਂਕਿ ਉਹਦੇ 'ਚ ਵੀ E ਸੀਗਾ ਇਹਦੇ 'ਚ ਵੀ E ਸੀ ਕਰਕੇ ਇਸ ਕਰਕੇ ਮੋਬਿਲਿਟੀ ਜਿਹੜੀ ਹੈ ਇਹ ਇੰਡੀਪੈਂਡੈਂਟ ਆਫ E ਹੁੰਦੀ ਹੈ, ਰਾਈਟ। ਅਗਲੀ ਗੱਲ, ਮੋਬਿਲਿਟੀ ਦਾ ਮਤਲਬ ਕੀ ਹੁੰਦਾ ਹੈ, ਮੂਵ ਕਰਨਾ ਹਨਾ। ਇਹਦਾ ਮਤਲਬ ਹੈ ਕਿ ਇਲੈਕਟ੍ਰੋਨਸ ਜਿਹੜੇ ਨੇ ਉਹ ਕਿੰਨਾ ਕੁ ਮੂਵ ਕਰਦੇ ਨੇ, ਕਿੰਨੀ ਕੁ ਡ੍ਰਿਫਟ ਸਪੀਡ ਰੱਖਦੇ ਨੇ ਪਰ ਯੂਨਿਟ ਅਪਲਾਈਡ ਫੀਲਡ। ਵੀ ਜੇ ਤੁਸੀਂ ਯੂਨਿਟ ਫੀਲਡ ਅਪਲਾਈ ਕਰੋ ਤਾਂ ਕਿੰਨਾ ਕੁ ਜ਼ਿਆਦਾ ਮੂਵ ਕਰ ਪਾ ਰਹੇ ਨੇ ਹਨਾ। ਹੁਣ ਵੈਸੇ ਜੇ ਇੱਥੋਂ ਵੇਖਿਆ ਜਾਵੇ ਆਹ ਤਾਂ ਦੋਨੇ ਫਿਕਸ ਹੀ ਨੇ। ਜਿੰਨਾ ਜ਼ਿਆਦਾ ਰਿਲੈਕਸੇਸ਼ਨ ਟਾਈਮ ਹੋਏਗਾ, ਜਿੰਨਾ ਉਸ ਮਤਲਬ ਜਿਹੜਾ ਦੋ ਕੋਲੀਜਨ ਦੇ ਵਿਚਕਾਰ ਜ਼ਿਆਦਾ ਸੌਖਾ ਚੱਲ ਪਾਏਗਾ, ਉਹਨਾਂ ਜ਼ਿਆਦਾ ਉਹਦੀ ਮੋਬਿਲਿਟੀ ਹੋਏਗੀ। ਮੋਬਿਲਿਟੀ ਕਦੋਂ ਰੁਕੇਗੀ, ਜਦੋਂ ਟੱਕਰਾਂ ਜ਼ਿਆਦਾ ਹੋਣਗੀਆਂ। ਟੱਕਰਾਂ ਕਦੋਂ ਜ਼ਿਆਦਾ ਹੋਣਗੀਆਂ, ਜਦੋਂ ਇਮੀਡੀਏਟਲੀ ਨਾਲ ਦੀ ਨਾਲ ਟੱਕਰ ਹੋ ਜਾਏ। ਪਹਿਲੇ ਪੈ ਗਈ ਗੱਲ। ਚਲੋ ਇਹਦੇ ਐਸਆਈ ਯੂਨਿਟ ਕੀ ਬਣਨਗੇ ਬੇਟੇ, ਉਹ ਬੜੇ ਇੰਪੋਰਟੈਂਟ ਨੇ। ਉੱਪਰ ਕੀ ਹੈ ਬੇਟੇ, ਮੀਟਰ ਪਰ ਸੈਕਿੰਡ ਕਿਉਂਕਿ ਵੈਲੋਸਿਟੀ ਹੈ, ਔਰ ਨੀਚੇ ਕੀ ਹੈ, ਇਹਦੇ ਤੁਸੀਂ ਦੱਸੋ ਕੀ ਹੁੰਦੇ ਨੇ। E ਦੇ ਯੂਨਿਟ ਕੀ ਹੁੰਦੇ ਨੇ ਭਲਾ, E ਹੁੰਦਾ ਫੋਰਸ ਪਰ ਯੂਨਿਟ ਚਾਰਜ, ਤੇ ਇਹਦੇ ਯੂਨਿਟ ਕੀ ਬਣਨਗੇ, ਨਿਊਟਨ ਪਰ ਕੂਲਮ। ਸੋ ਕੀ ਬਣ ਕੇ ਬੇਟੇ, ਬਸ ਲਿਖ ਲਓ ਕੂਲਮ
मीटर, आ कूलम मीटर हो गया, तो पर न्यूटन पर सेकंड, ठीक है। और ਜਾਂ ਜੋ ਮਰਜ਼ੀ ਬਣਾ ਲਿਓ। ਡਾਇਮੈਂਸ਼ਨਲ ਫਾਰਮੂਲਾ ਕੀ ਹੋਊਗਾ ਤੁਹਾਡਾ ਹੋਮ ਟਾਸਕ ਕਰੋ ਤੇ ਦੱਸ ਦੇਣਾ ਮੈਨੂੰ, ਇੱਥੋਂ ਹੀ ਬਣਾਉਣਾ ਕਿ ਇਹਦਾ ਡਾਇਮੈਂਸ਼ਨਲ ਫਾਰਮੂਲਾ ਕੀ ਹੈ, ਇਹਦਾ ਕੀ ਹੈ, ਕੀਤੇ ਹੋਏ ਨੇ ਬੇਟਾ ਪਹਿਲਾਂ ਕੱਢੋ ਡਾਇਮੈਂਸ਼ਨਲ ਫਾਰਮੂਲਾ, ਮੈਨੂੰ ਇੱਥੇ ਕਮੈਂਟ ਬਾਕਸ 'ਚ ਦੱਸਣਾ ਵੀ ਕਿੰਨਾ ਆਏਗਾ ਇਹਦਾ। ਸੋ ਇਹ ਹੋ ਗਈ ਬੇਟਾ ਮੋਬਿਲਿਟੀ। ਯਾਦ ਰੱਖਣਾ ਕਿ ਇਹ ਇੰਡੀਪੈਂਡੈਂਟ ਆਫ ਈ ਏ। ਅੱਜ ਆਪਾਂ ਕੀ ਕੀਤੇ ਬੇਟਾ, ਨੂਮੈਰੀਕਲਸ ਖਤਮ ਕੀਤੇ, ਡ੍ਰਿਫਟ ਵੈਲੋਸਿਟੀ ਕੀਤੀ, ਐਂਡ ਬਲੀਵ ਇਟ ਔਰ ਨਾਟ ਹੁਣ ਤੁਸੀਂ ਕੱਲ ਦੇਖ ਲਓਗੇ ਕਿ ਕੱਲ ਵਾਲੇ ਲੈਕਚਰ 'ਚ ਆ ਸਾਰਾ ਡ੍ਰਿਫਟ ਵੈਲੋਸਿਟੀ ਦਾ ਕਨਸੈਪਟ ਦੁਬਾਰਾ ਯੂਜ਼ ਹੋਣਾ। ਸੋ ਪੜ੍ਹ ਕੇ ਪੁੱਤ ਪ੍ਰੈਕਟਿਸ ਕਰਕੇ ਚੰਗੀ ਤਰ੍ਹਾਂ ਐਨ ਪੂਰੀ ਪ੍ਰੈਪਰੇਸ਼ਨ ਨਾਲ ਬਹਿਣਾ, ਠੀਕ ਹੈ। ਜਿਹੜਾ ਵਾਰੀਅਰ ਹੁੰਦਾ ਨਾ, ਵਾਰੀਅਰ ਹਮੇਸ਼ਾ ਜੰਗ 'ਚ ਜਾਣ ਤੋਂ ਪਹਿਲਾਂ ਪੂਰੀ ਆਪਦੇ ਜਿਹੜੇ ਔਜ਼ਾਰ ਨੇ ਉਹਨਾਂ ਨੂੰ ਪੂਰਾ ਤਿਆਰ ਰੱਖਦਾ, ਠੀਕ ਹੈ। ਤੁਹਾਡੇ ਔਜ਼ਾਰ ਕੀ ਨੇ, ਤੁਹਾਡੀ ਮਿਹਨਤ। ਸੋ ਜਿਹੜਾ ਇਹ ਵਾਲਾ ਲੈਕਚਰ ਇਹਦੀ ਵਧੀਆ ਪ੍ਰੈਕਟਿਸ ਕਰਕੇ ਹੀ ਅਗਲੇ ਲੈਕਚਰ 'ਚ ਬੈਠਣਾ। ਸੋ ਮਿਲਦੇ ਆ ਬੇਟੇ ਨੈਕਸਟ ਲੈਕਚਰ 'ਚ।